हम देखिया एक वस्त अनूप दिखाई गुरु गोविंद गोविंद गुरु है नानक भेद ना पाई तू दाना तू बिना मैं विचार क्या करी नामे चे स्वामी बख्शंद तू हरी पनतो नाम देओ सुकृत सुमत पये गुरमत राम कह को न बैकुंठ गए सतनाम श्री वाहिगुरु साहिब जी। श्लोक संत उदरन दयालं आसरं गोपाल कीर्तनः निर्मलं संत संगेन ओट नानक परमेश्वर संत उदरन दयालं आसरं गोपाल कीर्तनः निर्मलं संत संगेन ओट नानक परमेश्वर चंदन चंद न सरद रोता मूल न मिटई काम शीतल थीव नानका जपंदड़ो हर नाम पौड़ी चरण कमल की ओटा उदरे सगल जाना सोन प्रताप गोविंद निरभौ भय माना टोट न आवै मूला संचया नाम धन संत जना स्यों संग पाइया वड्डा पुन्ना आठ पहर हर ध्याई हर जस नित सोना संत जना स्यों संग पाइया वड्डा पुन्ना
ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਹਿਬ ਸੱਚੇ ਪਾਤਸ਼ਾਹ ਸ਼ਬਦਾ ਅਵਤਾਰ, ਦਸੋ ਪਾਤਸ਼ਾਹੀਆਂ ਦੀ ਆਤਮਕ ਜੋਤ, ਉਹ ਅਕਾਲੀ ਬਾਣੀ ਅਕਾਲ ਪੁਰਖ ਦੇ ਅਗੰਮੀ ਬੋਲ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਡੇ ਅਵਰ ਨਾ ਕੋਏ। ਪੋਥੀ ਪਰਮੇਸ਼ਰ ਕਾ ਥਾਨ, ਸਤਿਗੁਰ ਜਾਗਤਾ ਹੈ ਦਿਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਕ ਸਥਾਨ ਉੱਪਰ ਸੁਸ਼ੋਭਿਤ ਹੋ ਕਰਕੇ ਲੋਕਾਈ ਦੇ ਭਲੇ ਹਿੱਤ ਜੋ ਸ਼੍ਰੀ ਮੁਖਵਾਕ ਤੁਰਕੀ ਬਾਣੀ ਦਾ ਅਗੰਮੀ ਜੋ ਖਜ਼ਾਨਾ ਸਾਡੇ ਦੁਨਿਆਵੀ ਲੋਕਾਂ ਦੇ ਮਾਰਗਦਰਸ਼ਨ ਕਰਨ ਦੇ ਲਈ ਬਖਸ਼ਦੇ ਹਨ, ਔਰ ਆਪ ਸੰਗਤਾਂ ਇਸ ਅਗੰਮੀ ਮੁਖਵਾਕ ਦੀ ਵਿਆਖਿਆ ਸਰਵਣ ਕਰਨ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਸਥਾਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼ਿਰਕਤ ਕਰਦੇ ਹੋ। ਬਾਣੀ ਦੀ ਕਥਾ ਵਿਚਾਰ ਦੀ ਜੋ ਮਹਾਨਤਾ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਤੁਹਾਨੂੰ ਜਗ੍ਹਾ ਜਗ੍ਹਾ ਮਿਲਦੀ ਹੈ। ਹਰ ਜੀਓ ਸੱਚਾ, ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਕਹਿੰਦੇ ਇਹ ਪਰਮਾਤਮਾ ਦੇ ਬੋਲ ਸੱਚ ਨੇ, ਕਿਉਂਕਿ ਉਹ ਸਦੀਵੀ ਸੱਚ ਹੈ। ਪਰਮ ਈਸ਼ਵਰ ਜੋ ਹੈ, ਜਿਹੜਾ ਇਸ ਬਾਣੀ ਦੇ ਨਾਲ ਕਥਾ ਵਿਚਾਰ ਦੇ ਨਾਲ ਜੁੜਦਾ ਹੈ, ਉਹ ਸੱਚ ਦੇ ਵਿੱਚ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਮਹਾਨ ਵਡਿਆਈ ਇਸ ਅਗੰਮੀ ਬਾਣੀ ਨੂੰ ਬਖਸ਼ਦੇ ਨੇ। ਆਪੈ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਏ। ਜਿਹੜਾ ਵੀ ਇਸ ਬਾਣੀ ਨਾਲ ਜੁੜੇਗਾ, ਬਾਣੀ ਦੇ ਅਰਥ ਬੋਧ ਨੂੰ ਹਾਸਲ ਕਰੇਗਾ, ਬੁੱਝ ਲਵੇਗਾ, ਉਹਦੀ ਵਿਕਾਰਾਂ ਦੀ ਮੈਲ ਲੱਥ ਜਾਵੇਗੀ, ਨਿਰਮਲ ਹੋ ਜਾਵੇਗਾ, ਔਰ ਬੜੇ ਹੀ ਨਿਰਮਲ ਪਰਮਾਤਮਾ ਦੇ ਵਿੱਚ ਉਹ ਅਭੇਦ ਹੋ ਜਾਵੇਗਾ, ਇਕਮਿਕ ਹੋ ਜਾਵੇਗਾ। ਐਸੀ ਗੁਰੂ ਕੀ ਬਾਣੀ ਦੀ ਮਹਿਮਾ ਹੈ। ਅੱਜ ਦਾ ਜੋ ਪਾਕ ਫੁਰਮਾਨ ਹੈ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਅਗੰਮੀ ਵਿਆਖਿਆ ਨਾਲ ਜੁੜ ਕਰਕੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ। ਜੈਤ ਸ੍ਰੀ ਕੀ ਵਾਰ ਦੇ ਇਹ ਪਾਕ ਸ਼ਲੋਕ ਨੇ, ਪੌੜੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦੀਨ ਦੁਨੀਆ ਦੇ ਮਾਲਕ ਦਾ ਅਗੰਮੀ ਫਰਮਾਨ ਸਾਡੇ ਲਈ ਆਇਆ ਹੈ। ਸ਼ਲੋਕ ਅਤੇ ਪੌੜੀ ਨੰਬਰ ਇਹ 17 ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ 709 ਅੰਗ ਉੱਤੇ ਸੁਭਾਇਮਾਨ ਹੈ। ਗੁਰੂ ਅਰਜਨ ਸਾਹਿਬ
ਪਾਤਸ਼ਾਹ ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪਰਮੇਸ਼ਰ ਦੇ ਸਰਗੁਣ ਸਰੂਪ ਇੱਥੇ ਸੰਤ ਦੀ, ਸਤਿਪੁਰਸ਼ਾਂ ਦੀ, ਭਗਤਾਂ ਦੀ, ਜਨਾਂ ਦੀ ਵਡਿਆਈ ਨੂੰ ਪ੍ਰਗਟ ਕਰਦੇ ਨੇ। ਮਹਾਰਾਜ ਫੁਰਮਾਨ ਕਰਦੇ ਨੇ, ਸੰਤ ਉਦਰਣ ਆਸਰੰ ਗੋਪਾਲ ਕੀਰਤਨ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਸੰਤ ਨੇ ਨਾ, ਉਹ ਉਧਾਰ ਕਰਤਾ, ਵਿਕਾਰਾਂ ਤੋਂ ਉਪਰਾਮ ਕਰਤਾ, ਸੰਸਾਰ ਸਾਗਰ ਦੇ ਦੁੱਖਾਂ ਤੋਂ ਉਦਾਹਰਣ ਵਾਲਾ ਕੇਵਲ ਪਰਮਾਤਮਾ ਦੇ ਕੀਰਤਨ ਨੂੰ, ਨਾਮ ਨੂੰ ਸਮਝਦੇ ਨੇ। ਰੋਗਾਂ ਸੋਗਾਂ ਤੋਂ ਜਿਹੜਾ ਮੁਕਤ ਕਰਨ ਵਾਲਾ ਹੈ, ਨਜ਼ਾਤ ਦੇਣ ਵਾਲਾ ਹੈ, ਉਸ ਨਾਮ ਦੀ ਓਟ ਆਸਰਾ ਹੀ ਹੈ, ਕਿਸੇ ਦਾ ਉਹ ਆਸਰਾ ਨਹੀਂ ਤੱਕਦੇ। ਜਿਹੜਾ ਸੰਸਕ੍ਰਿਤ ਦੇ ਸ਼ਾਂਤ ਲਫ਼ਜ਼ ਤੋਂ ਹੋਂਦ ਵਿੱਚ ਆਉਂਦਾ ਹੈ, ਸਤ ਲਫ਼ਜ਼ ਤੋਂ ਹੋਂਦ ਵਿੱਚ ਆਉਂਦਾ ਦਾ ਮਤਲਬ ਜੋ ਸਦੀਵੀ ਸੱਚ ਹੈ, ਸੱਚ ਦੇ ਲੜ ਲਾ ਕੇ ਜਿਨ੍ਹਾਂ ਨੇ ਇੰਦਰੇ ਸ਼ਾਂਤ ਕਰ ਲਏ, ਜਿਨ੍ਹਾਂ ਦੇ ਇੰਦਰੇ ਸ਼ਾਂਤ ਨੇ। ਸੋ ਮਹਾਰਾਜ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ, ਜਗ੍ਹਾ ਜਗ੍ਹਾ ਆਪਣੀ ਪਾਕ ਬਾਣੀ ਤੇ ਅੰਗਾਂ ਦੇ ਉੱਤੇ ਦਿੰਦੇ ਨੇ। ਹੁਣ ਇੰਦਰੇ ਸ਼ਾਂਤ ਕਰਨੇ, ਮਨ ਨੂੰ ਸ਼ਾਂਤ ਕਰ ਲੈਣਾ, ਇਹ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੈ। ਕਹਿੰਦੇ ਪਰਮਾਤਮਾ ਦੇ ਨਾਮ ਦੇ ਵਰਖਾ ਦੇ ਨਾਲ ਹੀ ਇੰਦਰੀਆਂ ਦੀ ਤਪਸ਼ ਮਿਟਦੀ ਹੈ, ਅੱਗ ਮਿਟਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਦਾ ਹੈ। ਸੰਤ ਮੰਡਲ ਹਰ ਜਸ ਕਥ ਹੈ, ਬੋਲ ਹੈ ਸਤ ਸੁਭਾਏ। ਡੈਫੀਨੇਸ਼ਨ ਹੈ ਸੰਤ ਦੀ। ਕਹਿੰਦੇ ਜਿਹੜਾ ਸੰਤ ਹੈ ਨਾ, ਸਦੀਵੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਦਿਨ ਰਾਤ ਉਹਦੀ ਕੀਰਤੀ ਕਰਦਾ ਹੈ। ਸੱਚ ਸਰੂਪ ਨੂੰ ਗਾਉਂਦਾ ਗਾਉਂਦਾ ਇਹ ਗੁਣ ਗ੍ਰਹਿਣ ਕਰ ਲੈਂਦਾ ਹੈ ਵੀ ਉਹਦੀ ਰਸਨਾ ਤੋਂ ਸਦਾ ਸੱਚ ਹੀ ਨਿਕਲੇਗਾ। ਉਹ ਕਦੇ ਕੁਫਰ ਨਹੀਂ ਤੋੜਦਾ, ਝੂਠ ਨਹੀਂ ਬੋਲਦਾ। ਨਾਨਕ ਮਨ ਸੰਤੋਖੀਐ ਏਕ ਸਿਉ ਲਿ। ਕਹਿੰਦੇ ਉਸ ਨੂੰ ਸੰਤੋਖ ਹੈ, ਉਹਦੇ ਇੰਦਰੇ ਕਾਬੂ ਵਿੱਚ ਨੇ, ਮਨ ਕਾਬੂ ਵਿੱਚ ਹੈ। ਉਹਦਾ ਇੱਕੋ ਹੀ ਕਾਰਨ ਹੈ, ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਵਿੱਚ ਉਸਨੇ ਲਿਵ ਲਾਈ। ਤੇ ਜਿਹਨੇ ਪਰਮਾਤਮਾ ਦਾ ਨਾਮ ਜਪ ਕੇ ਲਿਵ ਲਾਈ ਹੈ, ਉਹਦੇ ਅੱਖ ਨੱਕ ਕੰਨ ਆਦਿਕ ਇੰਦਰੇ ਕਹਿਣੇ ਵਿੱਚ ਹੋ ਗਏ, ਕਾਬੂ ਵਿੱਚ ਹੋ ਗਏ। ਮਨ ਉਹਦਾ ਇੱਧਰ ਉੱਧਰ ਨਹੀਂ ਦੌੜਦਾ, ਮਨ ਕਾਬੂ ਵਿੱਚ ਹੋ ਗਿਆ। ਇਉਂ ਸਮਝ ਲਓ ਜਿਵੇਂ ਹਾਥੀ ਨੂੰ ਕਾਬੂ ਕਰਨਾ ਹੋਵੇ ਤੇ ਕੁੰਡਾ ਚਾਹੀਦਾ ਹੈ। ਗੁਰੂ ਨਾਨਕ ਨਿਰੰਕਾਰੀ ਦਾ ਨਾਮ ਉਸ ਕੁੰਡੇ ਦੀ ਨਿਆਈ ਹੈ, ਜਿਹੜਾ ਮਨ ਰੂਪੀ ਹਾਥੀ ਨੂੰ ਕਾਬੂ ਕਰਦਾ ਹੈ। ਸੋ ਸੰਤਾਂ ਨੇ ਮਨ ਨੂੰ ਜਿੱਤਿਆ ਹੈ, ਇੰਦਰੀਆਂ ਨੂੰ ਕਾਬੂ ਵਿੱਚ ਕੀਤਾ ਹੈ। ਇਹ ਜਾਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਹੈ। ਆਪਾਂ ਸੁਣ ਵੀ ਲੈਂਦੇ ਹਾਂ, ਪਰ ਜੀਵਨ ਵਿੱਚ ਇਸ ਨੂੰ ਢਾਲ ਲੈਣਾ ਬੜਾ ਔਖਾ ਹੈ। ਸੰਤ ਹੁੰਦਾ ਕੌਣ ਹੈ? ਉਹਦਾ ਅਗੰਮੀ ਬਰਕਤਾਂ ਨਾਲ ਭਰਪੂਰ ਜੀਵਨ ਕੈਸਾ ਹੈ, ਇਹ ਬਾਣੀ ਦੱਸਦੀ ਹੈ। ਸੰਤ ਦੀ ਡੈਫੀਨੇਸ਼ਨ ਬਾਣੀ ਦਿੰਦੀ ਹੈ। ਸੰਤ ਦੀ ਉਪਾਧੀ ਨੂੰ ਮਾਨਣਾ ਕਿਵੇਂ ਹੈ, ਇਹ ਵੀ ਬਾਣੀ ਦੱਸਦੀ ਹੈ। ਪਰ ਉਸ ਅਵਸਥਾ ਤੇ ਬੜੇ ਵਿਰਲੇ ਪੁਰਸ਼ ਨੇ ਜਿਹੜੇ ਪਹੁੰਚਦੇ ਨੇ, ਜਿਹੜੇ ਉਸ ਬਰਕਤ ਨੂੰ ਮਾਣਦੇ ਨੇ। ਕੋਟ ਮਧੇ ਕੋਈ ਸੰਤ ਦਿਖਾਇਆ। ਕਹਿੰਦੇ ਕਰੋੜਾਂ ਚੋਂ ਕੋਈ ਹੁੰਦਾ ਹੈ ਜਿਹੜਾ ਤੈਨੂੰ ਨਜ਼ਰ ਹੀ ਆਵੇ, ਪਰਮਾਤਮਾ ਤੈਨੂੰ ਦਿਦਾਰੇ ਉਸ ਦੇ ਕਰਵਾ ਦਵੇ। ਨਾਨਕ ਤਿਨ ਕੈ ਸੰਗ ਤਰਾਇਆ।
ਤੇ ਜਿਨ੍ਹਾਂ ਨੂੰ ਉਹ ਨਜ਼ਰ ਹੀ ਆ ਜਾਵੇ, ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਨ, ਉਹ ਭਵ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਨੂੰ ਨਜ਼ਾਤ ਹਾਸਲ ਹੋ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਨੇ ਸੰਤ ਵਿਰਲੇ ਨੇ, ਔਰ ਡੈਫੀਨੇਸ਼ਨ ਇਹੀ ਹੈ ਜਿਹਦੇ ਇੰਦਰੇ ਸ਼ਾਂਤ ਨੇ, ਗਿਆਨ ਇੰਦਰੇ ਕਾਬੂ ਵਿੱਚ ਨੇ, ਕਰਮ ਇੰਦਰੇ ਕਾਬੂ ਵਿੱਚ ਨੇ, ਜਿਹਦਾ ਮਨ ਕਾਬੂ ਦੇ ਵਿੱਚ ਹੈ। ਉਦਰਣ ਦਾ ਭਾਵ ਹੈ ਉੱਪਰ ਨੂੰ ਉੱਠ ਜਾਣਾ। ਕਹਿੰਦੇ ਸੰਤ ਉਦਰਣ ਦਇਆਲੰ, ਸੰਤਾਂ ਦਾ ਉਧਾਰ ਇਸ ਲਈ ਹੈ ਕਿਉਂਕਿ ਦਿਆਲੂ ਪਰਮਾਤਮਾ ਦੇ ਨਾਮ ਦੀ ਉਹਨਾਂ ਨੇ ਓਟ ਧਾਰੀ ਹੈ, ਜਿਹਨੂੰ ਗੋਪਾਲ ਕਹਿੰਦੇ ਨੇ। ਗੋ ਧਰਤੀ ਪਾਲ, ਪਾਲਣ ਵਾਲਾ। ਉਸ ਦੀ ਕੀਰਤੀ ਗਾਉਂਦੇ ਨੇ, ਓਟ ਆਸਰਾ ਉਹਦਾ ਤੱਕਦੇ ਨੇ। ਇਸ ਕਰਕੇ ਉਹ ਉੱਪਰ ਉੱਠ ਗਏ ਨੇ ਵਿਕਾਰਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ। ਦੂਸਰਾ ਭਾਵ ਇਹ ਹੈ ਵੀ ਜਿਹੜੇ ਸੰਤ ਨੇ ਨਾ, ਉਹਨਾਂ ਕੋਲ ਇਹ ਤਾਕਤ ਹੈ, ਉਹ ਆਪਣਾ ਉਧਾਰ ਤੇ ਨਾਮ ਜਪ ਕੇ ਕਰ ਹੀ ਚੁੱਕੇ ਨੇ। ਜਿਹੜੇ ਉਹਨਾਂ ਦੇ ਸੰਗੀ ਨੇ, ਉਹਨਾਂ ਦਾ ਵੀ ਉਧਾਰ ਕਰਨ ਦੇ ਉਹ ਯੋਗ ਨੇ। ਜਿਹਨੂੰ ਕਹਿੰਦੇ ਨੇ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਪ ਮੁਕਤ ਹੈ, ਹੀ ਵਿਲ ਐਮੈਂਸੀਪੇਟ ਯੂ, ਤੈਨੂੰ ਵੀ ਮੁਕਤ ਕਰ ਸਕਦਾ ਹੈ। ਐਸੀ ਉਹਦੇ ਕੋਲ ਅਜ਼ਮਤ ਹੈ, ਤਾਕਤ ਹੈ। ਸੋ ਉਹ ਦਿਆਲੂ ਨੇ, ਦਇਆਵਾਨ ਨੇ। ਇਸ ਕਰਕੇ ਹੀ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਮੁਕਤੀ ਪਰਮਾਤਮਾ ਦੇ ਦਰ ਤੋਂ ਦਿਵਾ ਸਕਦੇ ਨੇ। ਐਸੇ ਉਹ ਗੁਣਵਾਨ ਨੇ। ਔਰ ਇਹ ਜਾਚ ਵੀ ਸਾਨੂੰ ਇਹਨਾਂ ਪਾਕ ਬੋਲਾਂ ਤੋਂ ਆਉਂਦੀ ਹੈ। ਸੰਤਾਂ ਦੀ ਨਿਆਈ ਸਾਨੂੰ ਵੀ ਇੱਕ ਅਕਾਲ ਪੁਰਖ ਦੇ ਨਾਮ ਦੀ ਹੀ ਓਟ ਲੈਣੀ ਚਾਹੀਦੀ ਹੈ, ਜੋ ਉਧਾਰ ਕਰਤਾ ਹੈ, ਉਪਰਾਮ ਕਰਤਾ ਹੈ, ਵਿਕਾਰਾਂ ਤੋਂ ਉੱਪਰ ਉਠਾਉਣ ਵਾਲਾ ਹੈ, ਦੁੱਖਾਂ ਤੋਂ ਨਿਜਾਤ ਦਿਵਾਉਣ ਵਾਲਾ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ। ਮਹਾਰਾਜ ਕਹਿੰਦੇ ਨੇ ਸਦਾ ਐਸੇ ਜਿਹੜੇ ਸੰਤ ਨੇ, ਮਹਾਂਪੁਰਸ਼ ਨੇ, ਪਰਮਾਤਮਾ ਦੀ ਓਟ ਦੇ ਆਸਰੇ ਨੇ। ਜਿਵੇਂ ਬਾਣੀ ਚ ਆਉਂਦਾ ਨਾ, ਸੰਤ ਜੀਵ ਹੈ ਪ੍ਰਭ ਓਟ ਤੁਮਾਰੀ। ਪਰਮਾਤਮਾ ਦੀ ਓਟ ਤੋਂ ਲਹਿਦਾ ਕਿਸੇ ਦੀ ਓਟ ਆਸਰਾ ਨਹੀਂ ਤੱਕਦੇ। ਉਹ ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਉਹ ਨਾਮ ਜਪ ਜਪ ਕੇ ਨਿਰਮਲੰ, ਨਿਰਮਲ ਹੋ ਗਏ ਨੇ। ਜਿਵੇਂ ਸਾਬਣ ਕੱਪੜੇ ਨੂੰ ਮੈਲ ਰਹਿਤ ਕਰ ਦਿੰਦਾ ਹੈ ਨਾ, ਤੇ ਇਹ ਵੀ ਤੇ ਹੈ ਨਹੀਂ ਨਾ ਵੀ ਇੱਕੇ ਆਰੀ ਰਗੜਿਆਂ ਉਹ ਮੈਲ ਲਾ ਦੇਵੇਗਾ, ਮੁਸ਼ੱਕਤ ਘਾਲਣੀ ਪੈਂਦੀ ਹੈ। ਇਉਂ ਸੰਤ ਚੌਂਕੜਾ ਲਾਉਂਦੇ ਨੇ, ਮੁਸ਼ੱਕਤਾਂ ਘਾਲਦੇ ਨੇ, ਨਾਮ ਅਭਿਆਸ ਕਰਦੇ ਨੇ, ਬਾਣੀ ਪੜ੍ਹਦੇ ਨੇ, ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। ਉਹ ਜਿਹੜੀ ਮੈਲ ਹੈ ਨਾ ਜਨਮਾਂ ਜਨਮੰਤਰਾਂ ਦੀ ਮਨ ਨੂੰ ਲੱਗੀ ਹੋਈ, ਉਹ ਲੈ ਗਈ। ਨਿਰਮਲੰ, ਨਿਰਮਲ ਹੋ ਗਏ ਨੇ। ਮਹਾਰਾਜ ਕਹਿੰਦੇ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਪਰਮਾਤਮਾ ਦੀ ਓਟ ਲੈ ਕੇ ਨਿਰਮਲ ਹੋਏ ਨੇ। ਤੇ ਜੇ ਤੁਸੀਂ ਐਸੇ ਸਾਧੂਆਂ ਦੀ ਸੰਗਤ ਕਰੋਗੇ, ਸੰਗੇਣ ਉਹਨਾਂ ਦਾ ਸਾਥ ਮਾਣ ਲਵੋਗੇ, ਤੇ ਤੁਸੀਂ ਵੀ ਕਹਿੰਦੇ ਨਿਰਮਲ ਹੋ ਜਾਓਗੇ। ਤੁਹਾਡੇ ਵੀ ਅੰਦਰੋਂ ਵਿਕਾਰਾਂ ਦੀ ਮੈਲ ਲੈ ਜਾਵੇਗੀ। ਐਸਾ ਸਾਧੂ ਦਾ ਸੰਗ ਹੈ, ਐਸੀ ਸਾਧੂ ਦੇ ਸੰਗ ਦੀ ਬਰਕਤ ਹੈ। ਹੁਣ ਮੈਲ ਕਈ ਤਰ੍ਹਾਂ ਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਹੈ, ਪਾਪਾਂ ਦੀ ਮੈਲ ਹੈ, ਗਲਤ ਕਰਮਾਂ ਦੀ ਮੈਲ ਹੈ। ਸੋ ਜਿਤਨੇ ਵੀ ਪ੍ਰਕਾਰ ਦੇ ਗੁਨਾਹ ਨੇ, ਪਾਪ ਨੇ, ਵਿਕਾਰ ਨੇ, ਜਿਤਨੀ ਵੀ ਮੈਲ ਇਕੱਠੀ ਹੋਈ ਹੈ ਕਈਆਂ ਜਨਮਾਂ ਤੋਂ ਲੈ ਕੇ, 84 ਦਾ ਗੇੜ ਹੈ ਨਾ, 184 ਜੋਨ ਪਰਮਾਇਆ। ਕਹਿੰਦੇ ਸਾਰੀ ਮੈਲ ਸਾਧੂਆਂ ਨੇ ਨਾਮ ਜਪ ਕੇ ਲਾ ਲਈ, ਅੰਤਸ਼ਕਰਨ ਨਿਰਮਲ ਹੋ ਗਿਆ। ਤੇ ਜਿਹੜਾ ਉਹਨਾਂ ਦੀ ਸੰਗਤ ਜਾਵੇਗਾ ਉਹ ਵੀ ਨਿਰਮਲ ਹੋਵੇਗਾ। ਬਾਣੀ ਦਾ ਫਰਮਾਨ ਹੈ, ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਐ ਪਰਮਾਤਮਾ ਵੈਰ ਰਹਿਤ ਹੈ ਤੂੰ, ਤੈਨੂੰ ਧਿਆਉਣ ਵਾਲੇ ਸਾਧੂ ਬੜੇ ਨਿਰਮਲ ਨੇ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੈ ਸਭ ਉਤਰ ਹੈ ਕਲ ਮਲ।
ਇੰਨੀ ਵਡਿਆਈ ਦੇ ਦਿੱਤੀ ਮਹਾਂਪੁਰਸ਼ਾਂ ਨੂੰ, ਕਹਿੰਦੇ ਸੰਤਾਂ ਦੇ ਦਰਸ਼ਨ ਵੀ ਹੋ ਜਾਣ, ਯੋਰ ਸਿੰਸ ਵਿਲ ਬੀ ਡਿਪਾਰਟ, ਤੇਰੇ ਪਾਪ ਮਿਟ ਜਾਣਗੇ। ਮਹਾਂਪੁਰਸ਼ਾਂ ਵੱਲ ਤੱਕਣ ਦਾ ਹੀ ਐਸਾ ਲਾਭ ਹੈ ਜੇ ਪੂਰਾ ਸੰਤ ਮਿਲ ਪਵੇ ਤੇ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਮੈਲ ਲਾਉਣੀ ਹੈ, ਵਿਕਾਰਾਂ ਤੋਂ ਬੰਦ ਖਲਾਸੀ ਚਾਹੁਣਾ ਹੈ ਤੇ ਸਾਧੂਆਂ ਦੀ ਸੰਗਤ ਕਰ। ਸੋ ਅੱਗੇ ਮਹਾਰਾਜ ਫਰਮਾਨ ਕਰਦੇ ਹਨ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟਈ ਕਾਮ। ਕਹਿੰਦੇ ਦੇਖੋ, ਇਸ ਜੀਵਨ ਦੇ ਵਿੱਚ ਵਿਕਾਰਾਂ ਕਰਕੇ ਬੰਦਾ ਤਪਦਾ ਹੈ। ਵਿਕਾਰਾਂ ਪਿੱਛੇ ਲੱਗ ਇੰਦਰੇ ਮੈਲੇ ਹੋ ਚੁੱਕੇ ਨੇ, ਮਨ ਪਿੱਛੇ ਲੱਗ ਕੇ ਇਹ ਸਰੀਰ ਮੈਲਾ ਹੋ ਚੁੱਕਿਆ ਹੈ, ਹੱਥ ਗਲਤ ਕਰਮ ਕਰਦੇ ਨੇ, ਕਦਮ ਗਲਤ ਰਸਤੇ ਤੇ ਚੱਲਦੇ ਨੇ। ਕੁਝ ਆਸ਼ਾਵਾਂ ਨੇ, ਕੁਝ ਮੰਗਾਂ ਨੇ, ਪੂਰਤੀ ਨਹੀਂ ਹੁੰਦੀ, ਮਨ ਤਪਦਾ ਹੈ ਵੀ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਆਸ਼ਾ ਹੈ, ਤ੍ਰਿਸ਼ਨਾ ਹੈ। ਸੋ ਇਹ ਜਿਤਨੀ ਵੀ ਅੱਗ ਬਲ ਰਹੀ ਹੈ ਅੰਦਰ, ਚਾਹੇ ਵਿਕਾਰਾਂ ਦੀ, ਚਾਹੇ ਮੰਗਾਂ ਦੀ, ਜਿੰਨੀ ਵੀ ਭੁੱਖ ਹੈ, ਇਸ ਨੇ ਜੀਵਨ ਬਲਦੇ ਹੋਏ ਕੋਲਿਆਂ ਵਰਗਾ ਬਣਾ ਦਿੱਤਾ ਹੈ। ਡਿਪਰੈਸ਼ਨ, ਚਿੰਤਾਵਾਂ, ਸੋਗ, ਇਹ ਬੰਦੇ ਨੂੰ ਤਪਾ ਰਹੇ ਨੇ। ਹੁਣ ਚੰਦਨ ਦਾ ਬੂਟਾ ਬੜਾ ਠੰਡਾ ਹੈ, ਸੱਪ ਦੇ ਅੰਦਰ ਜ਼ਹਿਰ ਹੈ, ਟੈਂਪਰੇਚਰ ਬਹੁਤਾ ਹੁੰਦਾ, ਗਰਮੀ ਬਹੁਤੀ ਮਹਿਸੂਸ ਕਰਦਾ ਹੈ, ਤੇ ਉਹ ਜਿੱਥੇ ਚੰਦਨ ਦਾ ਰੁੱਖ ਹੋਵੇ ਉੱਥੇ ਸੱਪ ਬੜੇ ਹੁੰਦੇ ਨੇ। ਉਹਨੂੰ ਕਲਾਵੇ ਵਿੱਚ ਸੱਪ ਲੈ ਛੱਡਦਾ ਹੈ, ਬੂਟੇ ਨੂੰ ਠੰਡਕ ਮਹਿਸੂਸ ਕਰਦਾ ਹੈ। ਹੁਣ ਤਨ ਦੀ ਤਪਸ਼ ਨੂੰ ਤੇ ਚੰਦਨ ਮਿਟਾ ਦੇਵੇਗਾ, ਪਰ ਤਨ ਨਾਲੋਂ ਵੱਧ ਮਨ ਦੇ ਅੰਦਰ ਅੱਗ ਬਲਦੀ ਹੈ, ਤ੍ਰਿਸ਼ਨਾ ਦੀ, ਵਿਕਾਰਾਂ ਦੀ, ਮੰਗਾਂ ਦੀ, ਆਸ਼ਾ ਦੀ। ਇਹ ਜਿਹੜੀ ਅੰਦਰਲੀ ਅੱਗ ਹੈ ਨਾ, ਮੂਲ ਨਾ ਮਿਟਈ ਕਾਮ, ਰੰਚਕ ਮਾਤਰ ਵੀ ਇਹਨੂੰ ਚੰਦਨ ਮਿਟਾ ਨਹੀਂ ਸਕਦਾ, ਤੇ ਨਾ ਹੀ ਚੰਦ ਦੀ ਚਾਨਣੀ ਹੀ ਇਸ ਨੂੰ ਮਿਟਾ ਸਕਦੀ ਹੈ। ਦੇਖੋ, ਚੰਦਨ ਵੀ ਠੰਡਾ ਹੈ, ਸੂਰਜ ਦੀਆਂ ਕਿਰਨਾਂ ਬੜੀਆਂ ਤੱਤੀਆਂ ਨੇ, ਇਸੇ ਤਰ੍ਹਾਂ ਉਹਦੇ ਆਪੋਜ਼ਿਟ ਚੰਦ ਜਿਹੜਾ ਹੈ, ਉਹਦੀਆਂ ਕਿਰਨਾਂ ਠੰਡੀਆਂ ਨੇ, ਠੰਡਕ ਪਹੁੰਚਾਉਂਦੀਆਂ ਨੇ। ਚੰਦ ਦੇ ਚੜ੍ਹਿਆਂ ਟੈਂਪਰੇਚਰ ਡਿੱਗ ਪੈਂਦਾ ਹੈ, ਸੂਰਜ ਦੇ ਚੜ੍ਹਿਆਂ ਗਰਮੈਸ਼ ਵੱਧਦੀ ਹੈ। ਸੋ ਠੰਡਕ ਦਾ ਪ੍ਰਤੀਕ ਨੇ ਚੰਦ ਦੀਆਂ ਕਿਰਨਾਂ, ਚੰਮ ਨੂੰ ਠੰਡਿਆਂ ਕਰ ਸਕਦੀਆਂ ਨੇ, ਚੰਦਨ ਚੰਮ ਨੂੰ ਠੰਡਿਆਂ ਕਰ ਸਕਦਾ ਹੈ। ਕਹਿੰਦੇ ਪਰ ਮਨ ਨੂੰ ਰੰਚਕ ਮਾਤਰ ਵੀ ਇਹ ਠੰਡਾ ਨਹੀਂ ਕਰ ਸਕਦਾ, ਨਾ ਚੰਦਨ ਤੇ ਨਾ ਚੰਦ ਦੀ ਚਾਨਣੀ। ਇਹ ਘਾਮ, ਇਹ ਗਰਮੀ, ਇਹ ਗਰਮੈਸ਼ ਵਿਕਾਰਾਂ ਦੀ ਕਹਿੰਦੇ ਮਿਟ ਨਹੀਂ ਸਕਦੀ। ਸੋ ਅੱਗੇ ਪਾਤਸ਼ਾਹ ਇਹਦਾ ਹੱਲ ਦੱਸਦੇ ਨੇ ਵੀ ਇਹ ਤਪਤ ਮਿਟਦੀ ਕਿਵੇਂ ਹੈ। ਫਰਮਾਨ ਕਰਦੇ ਹਨ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਸੀਤਲ ਦਾ ਭਾਵ ਹੈ ਸਰਦ, ਠੰਡਾ। ਕਹਿੰਦੇ ਪਰਮਾਤਮਾ ਦਾ ਨਾਮ ਜਪਿਆਂ ਹੀ ਜਿਹੜਾ ਮਨ ਹੈ ਨਾ, ਉਹ ਸੀਤਲ ਹੋ ਸਕਦਾ ਹੈ, ਉਹ ਠੰਡਾ ਹੋ ਸਕਦਾ ਹੈ। ਨਾਮ ਦੇ ਛਿੱਟੇ ਹੀ ਮਨ ਨੂੰ ਠੰਡਿਆਂ ਕਰ ਸਕਦੇ ਨੇ। ਤਨ ਨੂੰ ਠੰਡਕ ਪਹੁੰਚਾਉਣ ਦੇ ਕਈ ਸਾਧਨ ਨੇ। ਅੱਜ ਕੱਲ੍ਹ ਸਾਇੰਸ ਦਾ ਯੁੱਗ ਹੈ, ਕੂਲਰ, ਪੱਖੇ, ਏਸੀ ਆਦਿਕ ਨੇ, ਪਰ ਇਸ ਗੱਲ ਦਾ ਖਿਆਲ ਰੱਖਿਓ, ਮਨ ਨੂੰ ਠੰਡਿਆਂ ਕਰਨ ਦਾ ਸਾਧਨ ਕੋਈ ਨਹੀਂ ਹੈ। ਤੁਸੀਂ ਡਿਪਰੈਸ਼ਨ ਦੀ ਵੀ ਦਵਾਈ ਖਾ ਲੈਂਦੇ ਹੋ, ਚਿੰਤਾ ਥੋੜ੍ਹਾ ਮਿਟ ਜਾਂਦੀ ਹੈ, ਸੋਗ ਨਹੀਂ ਮਿਟ ਜਾਂਦੇ, ਤ੍ਰਿਸ਼ਨਾ ਨਹੀਂ ਮਿਟ ਜਾਂਦੀ। ਸੋ ਪਾਤਸ਼ਾਹ ਕਹਿੰਦੇ ਕੇਵਲ ਪਰਮਾਤਮਾ ਦਾ ਨਾਮ ਜਪਣ ਵਾਲਾ ਜਿਹੜਾ ਹੈ ਨਾ, ਉਹਦੇ ਹੀ ਮਨ ਨੂੰ ਠੰਡਕ ਹੈ, ਉਹਦਾ ਹੀ ਮਨ ਸੰਤੋਖ ਵਿੱਚ ਹੈ, ਸ਼ਾਂਤ ਹੈ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ, ਤਨ ਮਨ ਛਾਤੀ। ਪਰਮਾਤਮਾ ਦਾ ਨਾਮ
ਮਨ ਨੂੰ ਵੀ ਠੰਡਿਆਂ ਕਰ ਦਿੰਦਾ ਹੈ। ਜਿੰਨੇ ਮਨ ਨੂੰ ਸੋਗ ਨੇ, ਜੋ ਸਮਕ ਤਪਣਾ ਹੈ, ਜੋ ਮਨ ਨੂੰ ਤਪਸ਼ ਲੱਗੀ ਹੋਈ ਹੈ, ਸਭ ਕੁਝ ਮਨ ਦੇ ਤਲ ਤੇ ਮਿਟਾਉਣ ਵਾਲਾ ਪ੍ਰਮਾਤਮਾ ਦਾ ਨਾਮ ਹੈ। ਤੇ ਜੇ ਤਨ ਨੂੰ ਰੋਗ ਨੇ, ਮੈਡੀਕਲ ਸਾਇੰਸ ਦੀ ਇੱਕ ਸੀਮਾ ਹੈ, ਤੇਰੇ ਰੋਗ ਦਵਾਈ ਦੇ ਕੇ ਹਰ ਲੈਂਦੇ ਨੇ। ਪਰ ਕਈ ਵਾਰ ਡਾਕਟਰਾਂ ਦਾ ਜਵਾਬ ਹੁੰਦਾ ਹੈ, ਤੇ ਤੁਸੀਂ ਚੱਲ ਕੇ ਕਿੱਥੇ ਆਉਂਦੇ ਹੋ? ਗੁਰੂ ਰਾਮਦਾਸ ਦੇ ਦਰ ਤੇ। ਜੇ ਕਿਰਪਾ ਕਰ ਦਵੇ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਸੋ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਨਾਮ, ਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਇਹ ਅਜ਼ਮਤ ਹੈ, ਤਾਕਤ ਹੈ, ਉਹ ਤਨ ਤੇ ਮਨ ਨੂੰ ਠੰਡਿਆਂ ਕਰ ਦਿੰਦੇ ਨੇ, ਸੀਤਲ ਕਰ ਦਿੰਦੇ ਨੇ। ਸੋ ਇੱਥੇ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਗੱਲ ਦਾ ਖਿਆਲ ਰੱਖੋ, ਉਹੀ ਸੀਤਲ ਹੋਵੇਗਾ, ਉਹਦਾ ਹੀ ਤਨ ਮਨ ਠੰਡਾ ਹੋਵੇਗਾ, ਵਿਕਾਰਾਂ ਤੋਂ, ਰੋਗਾਂ ਤੋਂ, ਸੋਗਾਂ ਤੋਂ ਰਹਿਤ ਹੋਵੇਗਾ। ਜਪੰਦੜੋ ਹਰ ਨਾਮ, ਜਿਹਨੇ ਪਰਮਾਤਮਾ ਦੇ ਹਰਨ ਵਾਲੇ, ਹਰਿਆਂ ਭਰਿਆਂ ਕਰਨ ਵਾਲੇ ਨਾਮ ਨੂੰ ਜਪਿਆ ਹੈ। ਹਰੀਵ ਧਾਤੂ ਤੋਂ ਹਰ ਲਫ਼ਜ਼ ਬਣਿਆ ਹੈ, ਜੋ ਸਾਡੇ ਦੁੱਖਾਂ, ਰੋਗਾਂ, ਸੋਗਾਂ ਨੂੰ ਹਰ ਲੈਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪੁਰਜ਼ੋਰ ਕਲਮ ਦੇ ਬੋਲ ਨੇ ਨਾ, ਹਰ ਨਰ ਪ੍ਰਪੰਜ, ਹਰ ਉਹ ਹਰਿਆਂ ਭਰਿਆਂ ਕਰਨ ਵਾਲਾ ਪਰਮਾਤਮਾ ਨਰ ਇਨਸਾਨ ਦੇ ਰੋਗ ਸੋਗਾਂ ਨੂੰ ਪ੍ਰਪੰਜ ਖਤਮ ਕਰ ਦਿੰਦਾ ਹੈ, ਖੁਰਾ ਖੋਜ ਮਿਟਾ ਦਿੰਦਾ ਹੈ, ਨਸ਼ਟ ਕਰ ਦਿੰਦਾ ਹੈ। ਐਸਾ ਸਮਰੱਥ ਧਨੀ ਪਰਮਾਤਮਾ ਹੈ, ਉਹਦਾ ਨਾਮ ਹੈ। ਕਰਤਾ ਕਰ ਹੈ, ਹਰਤਾ ਹਰ ਹੈ, ਦਸਮ ਪਾਤਸ਼ਾਹ ਦੇ ਬੋਲ ਨੇ। ਕਹਿੰਦੇ ਉਹ ਕਰਨਹਾਰ ਪਰਮਾਤਮਾ, ਹਰਤਾ ਹਰ ਹੈ, ਤੇਰੇ ਰੋਗ ਸੋਗ ਹਰ ਲਵੇਗਾ। ਸੋ ਨਾਮ ਹੀ ਠੰਡਕ ਪਹੁੰਚਾਉਣ ਵਾਲਾ ਹੈ, ਚਿੰਤਾਵਾਂ, ਰੋਗ ਸੋਗ ਮਿਟਾਉਣ ਵਾਲਾ ਹੈ। ਅੱਗੇ ਦੀਨ ਦੁਨੀਆ ਦੇ ਮਾਲਕ ਪੌੜੀ ਰਾਹੀਂ ਫਰਮਾਨ ਕਰਦੇ ਹਨ, ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ। ਨਾਮ ਜਪਣ ਵਾਲੇ ਜਿਹੜੇ ਪਰਮਾਤਮਾ ਦੇ ਪਾਕ ਪਵਿੱਤਰ ਚਰਨਾਂ ਦੀ ਓਟ ਦੇ ਆਸਰੇ ਨੇ, ਮਹਾਰਾਜ ਕਹਿੰਦੇ ਨੇ ਉਧਰੇ ਸਗਲ ਜਨ, ਐਸੇ ਓਟ ਵਿੱਚ, ਓਲੇ ਵਿੱਚ, ਚਰਨਾਂ ਵਿੱਚ ਰਹਿਣ ਵਾਲੇ ਜਿਹੜੇ ਜਨ ਨੇ ਨਾ, ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਉਹ ਉਪਰਾਮ ਹੋ ਜਾਂਦੇ ਨੇ, ਉਹਨਾਂ ਦਾ 84 ਦਾ ਗੇੜ ਮੁੱਕਦਾ ਹੈ, ਉਹ ਵਿਕਾਰਾਂ ਤੋਂ ਉੱਤੇ ਉੱਠ ਜਾਂਦੇ ਨੇ, ਉਹ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਜਾਂਦੇ ਨੇ। ਜਨ ਲਫ਼ਜ਼ ਸੰਸਕ੍ਰਿਤ ਵਿੱਚ ਇਸਤਰੀ ਲਈ ਆਇਆ ਹੈ। ਫਾਰਸੀ ਵਿੱਚ ਇਸ ਗੱਲ ਦਾ ਖਿਆਲ ਰੱਖਿਓ, ਜਦੋਂ ਤੁਸੀਂ ਇਹਨਾਂ ਭਾਸ਼ਾਵਾਂ ਦਾ ਅਧਿਐਨ ਕਰਦੇ ਹੋ। ਜਦੋਂ ਫਾਰਸੀ ਵਿੱਚ ਜਨ ਲਫ਼ਜ਼ ਆਪਾਂ ਵਰਤਦੇ ਹਾਂ, ਉਹ ਤੀਵੀਂ ਨੂੰ, ਘਰਵਾਲੀ ਨੂੰ ਵੀ ਕਹਿ ਦਿੰਦੇ ਨੇ। ਸੰਸਕ੍ਰਿਤ, ਹਿੰਦੀ ਆਦਿਕਾਂ ਦੇ ਵਿੱਚ ਇਸਤਰੀ ਦੇ ਨਾਲ ਨਾਲ ਇਹ ਜ਼ਿਆਦਾਤਰ ਜਿਹੜਾ ਲਫ਼ਜ਼ ਹੈ, ਇਹਦੀ ਵਰਤੋਂ ਮਹਾਤਮਾ ਲਈ ਹੁੰਦੀ ਹੈ, ਮਹਾਂਪੁਰਸ਼ਾਂ ਦੇ ਲਈ ਹੁੰਦੀ ਹੈ। ਸੋ ਕਈ ਭਾਸ਼ਾਵਾਂ ਦਾ ਅਰਥ-ਬੋਧ ਰਲ ਜਾਂਦਾ ਹੈ। ਹੁਣ ਪਰਮਾਤਮਾ ਦੇ ਜਨ ਭਾਵ ਪਰਮਾਤਮਾ ਦੇ ਦਰ ਦੀਆਂ ਸੁਹਾਗਣਾਂ ਜਿਹੜੇ ਸੰਤ ਨੇ, ਪਰਮਾਤਮਾ ਦੇ ਜਨ ਭਾਵ ਉਹਦੇ ਪਿਆਰੇ ਭਗਤ, ਮਹਾਂਪੁਰਸ਼, ਨਾਮ ਜਪਣ ਵਾਲੇ, ਉਹਨਾਂ ਦਾ ਉਧਾਰ ਪਰਮਾਤਮਾ ਕਰਨ ਵਾਲਾ ਹੈ। ਸੁਣ ਪ੍ਰਤਾਪ ਗੋਵਿੰਦ, ਨਿਰਭਉ ਭਏ ਮਾਨਾ। ਦੇਖੋ, ਇਹ ਦਾਵਾ ਕਰ ਦੇਣਾ ਵੀ ਮੈਂ ਕਿਸੇ ਤੋਂ ਨਹੀਂ ਡਰਦਾ, ਇਹ ਜ਼ੁਬਾਨ ਦੇ ਤਲ ਤੇ ਹੈ। ਅੰਦਰ ਕੋਈ ਨਾ ਕੋਈ ਹਰੇਕ ਨੂੰ ਡਰ ਸਤਾਉਂਦਾ ਹੈ। ਅੱਛਾ, ਕਿਸੇ ਨੂੰ ਰੋਗਾਂ ਦਾ ਡਰ ਹੈ, ਸੋਗਾਂ ਦਾ ਡਰ ਹੈ, ਆਉਣ ਵਾਲੇ ਭਵਿੱਖ ਦਾ ਡਰ ਹੈ, ਕਿਸੇ ਨੂੰ ਕੁਰਸੀ ਚਾਹੀਦੀ ਹੈ, ਨਾ ਮਿਲੇ ਇਹ ਵੀ ਡਰ ਹੈ ਵੀ ਹਰ ਜਾਵਾਂਗਾ। ਕਿਸੇ ਨੂੰ ਬੱਚਿਆਂ ਦਾ ਫਿਕਰ ਹੈ, ਕਹੇ ਵਿੱਚ ਚੱਲਣ, ਕਹਿਣੇ ਵਿੱਚ ਚੱਲਣ, ਇਹਨਾਂ ਦਾ ਭਵਿੱਖ ਚੰਗਾ ਹੋਵੇ, ਇਹ ਡਰ ਲੱਗਾ ਰਹਿੰਦਾ ਹੈ ਮਨ ਨੂੰ ਵੀ ਜੇ ਇੱਦਾਂ ਨਾ ਹੋਇਆ ਤੇ ਕੀ ਕਰਾਂਗੇ।
ਅਗਰ ਕੋਈ ਕਹਿ ਵੀ ਦਵੇ ਵੀ ਮੈਂ ਫਿਕਰ ਹੀ ਨਹੀਂ ਕਰਦਾ, ਮੈਨੂੰ ਡਰ ਹੀ ਕੋਈ ਨਹੀਂ ਹੈ, ਤੇ ਫਿਰ ਜਿਹੜਾ ਮੌਤ ਦਾ ਡਰ ਹੈ ਉਹ ਤਕਰੀਬਨ ਹੀ ਹਰੇਕ ਨੂੰ ਹੁੰਦਾ ਹੈ। ਸੋ ਅਗਰ ਨਿਰਭਉ ਪਦ ਪਾਉਣਾ ਹੈ ਤੇ ਨਿਰਭਉ ਦਾ ਨਾਮ ਜਪਣਾ ਪਵੇਗਾ। ਉਹ ਇੱਕ ਅਕਾਲ ਪੁਰਖ ਸੱਚਾ ਪਾਤਸ਼ਾਹ ਹੈ। ਕਹਿੰਦੇ ਉਹਦਾ ਜਿਹੜਾ ਪ੍ਰਤਾਪ ਹੈ ਨਾ, ਜਿਹੜਾ ਉਹਦਾ ਪ੍ਰਚੰਡ ਤੇਜ ਪ੍ਰਤਾਪ ਹੈ, ਜਿਹੜੀ ਉਹਦੇ ਨਾਮ ਦੀ ਬਰਕਤ ਹੈ, ਜਿਹੜਾ ਉਸ ਨਾਮ ਦੀ ਓਟ ਲਵੇਗਾ। ਇੱਥੇ ਲਫ਼ਜ਼ ਮਹਾਰਾਜ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਲਈ ਗੋਵਿੰਦ ਵਰਤਿਆ ਹੈ। ਗੋ ਧਰਤੀ ਨੂੰ ਹੀ ਕਹਿੰਦੇ ਨੇ, ਵਿੰਦ ਉਸ ਦਾ ਜੋ ਕੇਂਦਰ ਬਿੰਦੂ ਹੈ, ਪਾਲਣ ਵਾਲਾ ਪਰਮਾਤਮਾ। ਕਹਿੰਦੇ ਗੋਬਿੰਦ ਗੋਪਾਲ ਪਰਮ ਈਸ਼ਵਰ ਦਾ ਜਿਹੜਾ ਨਾਮ ਹੈ ਉਹ ਜਪਿਆ ਕਰ। ਉਹੀ ਨਿਰਭਉ ਹੈ, ਉਹੀ ਨਿਰਵੈਰ ਹੈ। ਉਹਨੂੰ ਜਪੇਗਾ, ਉਹਦੇ ਵਿੱਚ ਅਭੇਦਤਾ ਹਾਸਲ ਹੋਵੇਗੀ ਤੇ ਤੇਰਾ ਜਿਹੜਾ ਸੁਭਾਅ ਹੈ ਨਾ ਉਹ ਵੀ ਵੈਸਾ ਹੀ ਹੋ ਜਾਵੇਗਾ। ਤੂੰ ਨਿਰਭਉ ਹੋ ਜਾਵੇਂਗਾ, ਕਿਸੇ ਦਾ ਡਰ ਤੈਨੂੰ ਨਹੀਂ ਰਵੇਗਾ। ਇਉਂ ਸਮਝ ਲਓ, ਕਹਿੰਦੇ ਪਰਮਾਤਮਾ ਦਾ ਪ੍ਰਤਾਪ ਐਸਾ ਹੈ, ਉਹਦੀ ਗਤ ਐਸੀ ਹੈ, ਉਹਦੀ ਕੀਰਤੀ ਐਸੀ ਹੈ, ਵਡਿਆਈ ਐਸੀ ਹੈ ਵੀ ਜਨਾਂ ਨੂੰ, ਭਗਤਾਂ ਨੂੰ, ਮਹਾਂਪੁਰਸ਼ਾਂ ਨੂੰ ਮਾਣ ਹੈ ਵੀ ਉਹਦੀ ਓਟ ਹੈ ਸਾਡੇ ਸਿਰ ਤੇ, ਸਾਨੂੰ ਕਿਸੇ ਦਾ ਭੈ ਨਹੀਂ ਹੈ। ਸੋ ਇੱਕ ਮਾਣ ਹੈ ਆਪਣੇ ਸਿਰ ਦੇ ਸਾਈਂ ਦੇ ਉੱਤੇ, ਪਰਮਾਤਮਾ ਦੇ ਉੱਤੇ। ਪਰ ਇਹ ਜਿਹੜੇ ਓਟ ਵਿੱਚ ਆਏ ਨੇ ਨਾ, ਉਹੀ ਨਿਰਭਉ ਹੋਏ ਨੇ। ਅਵਰ ਸਿਆਨਪ ਛਾੜ ਦੇਹ ਨਾਨਕ ਉਦਰਸ ਨਾਏ। ਪਰਮਾਤਮਾ ਦੇ ਨਾਮ ਵਿੱਚ ਆ ਜਾ, ਨਾਮ ਨੂੰ ਜਪਿਆ ਕਰ, ਓਟ ਲੈ, ਸ਼ਰਨ ਆ, ਫਿਰ ਨਿਰਭਉ ਪਦ ਪਾ ਲਵੇਂਗਾ, ਤੈਨੂੰ ਕੋਈ ਫਿਕਰ ਨਹੀਂ ਰਵੇਗਾ। ਤੇਰਾ ਫਿਰ ਉਧਾਰ ਹੋ ਜਾਵੇਗਾ। ਸਿਮਰਨੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣੈ। ਤੇਰਾ ਤੇ ਉਧਾਰ ਹੋਵੇਗਾ ਹੀ, ਤੂੰ ਤੇ ਨਿਰਭਉ ਹੋਵੇਂਗਾ ਹੀ। ਕਹਿੰਦੇ ਪਰਿਵਾਰ ਕੁਲਾਂ ਦੀਆਂ ਕੁਲਾਂ ਦਾ ਉਧਾਰ ਹੋ ਸਕਦਾ ਹੈ। ਨਾਮ ਦਾ ਮਹਾਰਾਜ ਕਹਿੰਦੇ ਐਸਾ ਪ੍ਰਤਾਪ ਹੈ। ਸੋ ਦੀਨ ਦੁਨੀਆ ਦੇ ਮਾਲਕ ਇੱਥੇ ਪਰਮਾਤਮਾ ਦੇ ਪ੍ਰਤਾਪ ਦੀ ਮਹਿਮਾ ਦਰਸਾਉਂਦੇ ਨੇ ਵੀ ਉਹ ਕਿੱਡਾ ਮਹਾਨ ਹੈ, ਕੈਸੀ ਉਹਦੀ ਵਡਿਆਈ ਹੈ, ਕੈਸਾ ਤੇਜ ਹੈ, ਕੈਸਾ ਉਹ ਤੇਜਸਵੀ ਹੈ। ਸੋ ਉਹਦੀ ਸ਼ਰਨ ਤੋਂ ਬਿਨਾਂ ਨਿਰਭਉ ਪਦ ਹਾਸਲ ਨਹੀਂ ਹੋ ਸਕਦਾ, ਡਰ ਖਤਮ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ ਓਟ ਗਹੀ ਨਿਰਭਉ ਪਦ ਪਾਈਐ। ਅਕਾਲ ਪੁਰਖ ਦੀ ਓਟ ਲੈਣ ਵਾਲੇ ਨਿਰਭਉ ਪਦਵੀ ਨੂੰ ਹਾਸਲ ਹੁੰਦੇ ਨੇ। ਤੇ ਓਟ ਵਿੱਚ, ਆਸਰੇ ਵਿੱਚ ਲੈਂਦਾ ਕਿਸ ਨੂੰ ਹੈ? ਇਹ ਵੀ ਤੇ ਇੱਕ ਕਸਵੱਟੀ ਹੈ ਨਾ, ਜੋ ਲੰਘਣੀ ਪਵੇਗੀ। ਕਹਿੰਦੇ ਸਾਸ ਸਾਸ ਸੋ ਗੁਣ ਨਿਧ ਗਾਈਐ। ਕਹਿੰਦੇ ਉਹਦੇ ਨਾਮ ਨੂੰ ਸਵਾਸਾਂ ਦੇ ਨਾਲ ਜਪਣਾ ਪੈਂਦਾ ਹੈ, ਫਿਰ ਉਹ ਸ਼ਰਨ ਵਿੱਚ ਲੈਂਦਾ ਹੈ, ਉੱਦਾਂ ਨਹੀਂ। ਅੱਗੇ ਹੁਕਮ ਕਰਦੇ ਹਨ, ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ। ਕਹਿੰਦੇ ਨਾਮ ਜਪਦੇ ਜਪਦੇ ਨਾਮ ਦੇ ਖਜ਼ਾਨੇ ਦੇ ਮਾਲਕ ਹੋ ਗਏ। ਤੇ ਨਾਮ ਜਿੰਨਾ ਚਾਹੇ ਤੁਸੀਂ ਜਪ ਲਓ, ਵੰਡੀ ਜਾਓ, ਜਪੀ ਜਾਓ, ਜਪਾਈ ਜਾਓ, ਸ਼ਰਵਣ ਕਰੀ ਜਾਓ, ਸੁਣਾਈ ਜਾਓ। ਇਹ ਖਜ਼ਾਨਾ ਐਸਾ ਹੈ, ਮੁੱਕਦਾ ਨਹੀਂ ਹੈ। ਟੋਟ ਦੇ ਕਈ ਅਰਥ ਨੇ, ਜਾਂ ਇਉਂ ਸਮਝ ਲਓ, ਨਾਮ ਜਿਹੜਾ ਜਪਦਾ ਹੈ ਨਾ, ਉਹਦੇ ਜੀਵਨ ਵਿੱਚ ਟੋਟ ਨਹੀਂ ਆਉਂਦੀ, ਉਹਦੀਆਂ ਝੋਲੀਆਂ ਭਰੀਆਂ ਰਹਿੰਦੀਆਂ ਨੇ। ਨਾਮ ਰੂਪੀ ਖਜ਼ਾਨਾ ਨਹੀਂ ਮੁੱਕਦਾ। ਤੇ ਨਾਮ ਜਪਣ ਵਾਲੇ ਦੇ ਜੀਵਨ ਚੋਂ ਪ੍ਰਤੱਖ ਦੁਨਿਆਵੀ ਦੌਲਤਾਂ ਸ਼ੋਹਰਤਾਂ ਵੀ ਨਹੀਂ ਮੁੱਕਦੀਆਂ। ਟੋਟ ਦਾ ਇੱਕ ਪੱਖ ਹੋਰ ਵੀ ਹੈ, ਭੁੱਲ ਖਤਾ। ਨਾਮ ਜਪਣ ਵਾਲਾ ਕਦੇ ਭੁੱਲ ਖਤਾ ਨਹੀਂ ਕਰਦਾ, ਜੀਵਨ ਵਿੱਚ ਤਿਲਕਦਾ ਨਹੀਂ ਹੈ ਵਿਕਾਰਾਂ ਦੇ ਵਿੱਚ, ਉਹਦੇ ਜੀਵਨ ਵਿੱਚ ਗਲਤੀਆਂ ਨਹੀਂ ਹੁੰਦੀਆਂ। ਟੋਟ ਦਾ ਭਾਵ ਸੰਦੇਹ ਵੀ ਹੈ, ਸੰਸਾ ਵੀ ਹੈ। ਨਾਮ ਜਪਣ ਵਾਲੇ ਨੂੰ ਪ੍ਰਮਾਤਮਾ ਤੇ ਕਦੇ ਸ਼ੱਕ ਨਹੀਂ, ਸੰਸਾ ਨਹੀਂ ਹੁੰਦਾ। ਸੋ ਇੱਥੇ ਟੋਟ ਦੇ ਬੇਅੰਤ ਅਰਥ ਨੇ। ਨਾਨਕ
ਟੋਟ ਨਾ ਆਵਈ ਤੇਰੇ ਜੁਗ ਹੈ ਭੰਡਾਰ। ਜਿਹੜਾ ਨਾਮ ਜਪੇਗਾ ਨਾ ਉਹਦੇ ਜੀਵਨ 'ਚ ਟੋਟ ਨਹੀਂ ਆਵੇਗੀ, ਕਿਉਂਕਿ ਅਕਾਲ ਪੁਰਖ ਦੇ ਅਖੁੱਟ ਭੰਡਾਰ ਨੇ ਜਿਹੜੇ ਮੁੱਕਦੇ ਨਹੀਂ। ਹਰ ਯੁੱਗ ਦੇ ਵਿੱਚ ਉਹੀ ਝੋਲੀਆਂ ਭਰਨ ਵਾਲਾ, ਦੇਂਦਾ ਦੇ ਲੈਂਦੇ ਥੱਕ ਪਾਹੇ। ਸੋ ਮਹਾਰਾਜ ਕਹਿੰਦੇ ਉਹਦਾ ਨਾਮ ਜਪਿਆ ਕਰੋ, ਤੁਹਾਨੂੰ ਟੋਟ ਨਹੀਂ ਆਵੇਗੀ। ਮੂਲ ਦਾ ਭਾਵ ਹੈ ਮੂਲੋਂ ਹੀ ਬਿਲਕੁਲ ਵੀ ਤੁਹਾਡੇ ਜੀਵਨ ਵਿੱਚ ਕੋਈ ਕਮੀ ਨਹੀਂ ਰਵੇਗੀ। ਜਿਨ੍ਹਾਂ ਨੇ ਇਕੱਠਾ ਕੀਤਾ ਨਾਮ ਤਨ ਸੰਚਣਾ ਕੀਤਾ ਹੈ, ਤੁਸੀਂ ਪੜ੍ਹਦੇ ਹੀ ਹੋ ਨਾ, ਖਾਵ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ। ਸੋ ਮਹਾਰਾਜ ਅੱਗੇ ਫਰਮਾਨ ਕਰਦੇ ਹਨ, ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਐਸੇ ਨਾਮ ਧਨ ਨੂੰ ਇਕੱਤਰ ਕਰਨ ਵਾਲੇ ਜਿਹੜੇ ਮਹਾਂਪੁਰਸ਼ ਨੇ ਨਾ, ਵੱਡਿਆਂ ਭਾਗਾਂ ਦੇ ਨਾਲ ਉਹਨਾਂ ਦਾ ਸੰਗ, ਉਹਨਾਂ ਦੀ ਸੰਗਤ ਹਾਸਲ ਹੁੰਦੀ ਹੈ। ਚੰਗੇ ਭਾਗ ਹੋਣ ਤੇ ਪੁੰਨ ਕੀਤੇ ਹੋਣ ਨਾ, ਕਹਿੰਦੇ ਫਿਰ ਕਿਤੇ ਉਹਨਾਂ ਦੀ ਸੰਗਤ ਪਾਕ ਤੁਹਾਨੂੰ ਹਾਸਲ ਹੋਵੇਗੀ। ਵਡਭਾਗੀ ਹਰ ਸੰਤ ਮਿਲਾਇਆ, ਬਾਣੀ ਕਹਿੰਦੀ ਹੈ ਨਾ, ਵੱਡਿਆਂ ਭਾਗਾਂ ਵਾਲੇ ਨੂੰ ਹੀ ਸੰਤ ਮਿਲਦਾ ਹੈ। ਕਿਉਂ ਸੰਤ ਦਾ ਸੰਗ ਸਾਡੇ ਲਈ ਲੋੜਿੰਦਾ ਹੈ, ਜ਼ਰੂਰੀ ਹੈ। ਕਹਿੰਦੇ ਸਾਧੂ ਸੰਗ ਰੀਜੈ ਸਾਗਰ, ਕਟਿਐ ਜਮ ਕੀ ਫਾਸਾ ਜੀਓ। ਸਾਧੂਆਂ ਦੀ ਸੰਗਤ ਨਾਲ ਹੀ ਭਵ ਸਾਗਰ ਤੋਂ ਤਰਿਆ ਜਾਂਦਾ ਹੈ। ਕਾਲ ਦੀ ਫਾਹੀ ਕੱਟੀ ਜਾ ਸਕਦੀ ਹੈ, 84 ਦਾ ਗੇੜ ਕੱਟਿਆ ਜਾ ਸਕਦਾ ਹੈ, ਰੋਗਾਂ ਸੋਗਾਂ ਦੁੱਖਾਂ ਕਲੇਸ਼ਾਂ ਨੂੰ ਕੱਟਿਆ ਜਾ ਸਕਦਾ ਹੈ। ਹੁਣ ਸਾਧੂ ਦੀ ਸੰਗਤ ਵਿੱਚ ਹੁੰਦਾ ਕੀ ਹੈ, ਕਰਨਾ ਕੀ ਚਾਹੀਦਾ ਹੈ? ਅੱਗੇ ਮਹਾਰਾਜ ਹੁਕਮ ਕਰਦੇ ਹਨ, 8 ਪਹਿਰ ਹਰ ਧਿਆਈ, ਹਰ ਜਸ ਨਿਤ ਸੋਨਾ। ਕਹਿੰਦੇ ਸੰਤ 8 ਪਹਿਰ ਹੀ ਤੇ ਆਉਂਦਾ ਹੈ। ਸਾਡੇ ਲਈ ਤੇ ਅੱਧੇ ਪੌਣੇ ਘੰਟੇ ਦਾ ਨਿਤਨੇਮ ਕਰਨਾ ਵੀ ਬੜਾ ਕਠਨ ਹੈ। ਇੰਨਾ ਸਮਾਂ ਵੀ ਮਹਾਰਾਜ ਲਈ ਨਹੀਂ ਕੱਢਿਆ ਜਾਂਦਾ। ਉਹ ਵੀ ਸੋਚਦੇ ਵੀ ਕੰਮ ਕਰਦੇ ਹੀ ਜਪ ਲਈਏ, ਕੌਣ ਵਿਹਲਾ ਹੋ ਕੇ ਪਾਸੇ ਬਵੇ, ਮੁਸ਼ਕਲ ਹੈ। ਇਹ ਸੰਤ ਦੀ ਡੈਫੀਨੇਸ਼ਨ ਹੈ। ਸੰਤ 8 ਪਹਿਰ ਹੀ ਜਪਦਾ ਹੈ, 8 ਪਹਿਰ ਹੀ ਧਿਆਉਂਦਾ ਹੈ। ਪਹਿਰ 3 ਘੰਟਿਆਂ ਨੂੰ ਕਹਿੰਦੇ ਨੇ, ਤੇ 8 ਨੂੰ 3 ਨਾਲ ਤੁਸੀਂ ਗੁਣਾ ਕਰੋ, ਮਲਟੀਪਲਾਈ ਕਰੋ, 24 ਹੋ ਗਏ। 24 ਘੰਟੇ, ਉਹਦੇ ਵਿੱਚ ਰਾਤ ਵੀ ਹੈ ਤੇ ਦਿਨ ਵੀ ਹੈ। ਜਿਹੜਾ ਸਾਧੂ ਹੈ, ਜਿਹੜਾ ਸੰਤ ਹੈ, 8 ਪਹਿਰ ਪਰਮਾਤਮਾ ਨੂੰ ਧਿਆਉਂਦਾ ਹੈ, ਹਿਰਦੇ ਵਿੱਚ ਟਿਕਾਉਂਦਾ ਹੈ, ਰਸਨਾ ਦੇ ਨਾਲ ਗਾਉਂਦਾ ਹੈ। ਧਿਆਉਣ ਤੋਂ ਭਾਵ ਆਪਣੇ ਮਨ ਨੂੰ ਕਿਸੇ ਇੱਕ ਬਿੰਦੂ ਤੇ ਕੇਂਦਰਿਤ ਕਰਨਾ। ਸੰਸਾਰ ਵੱਲੋਂ ਆਪਣੀ ਜਿਹੜੀ ਸੋਚ ਹੈ ਨਾ, ਆਪਣੀ ਜਿਹੜੀ ਸੁਰਤ ਹੈ, ਉਸ ਨੂੰ ਤੋੜ ਕੇ ਨਿਰੰਕਾਰ ਵਿੱਚ ਜੋੜਨਾ, ਇੱਕ ਜਗ੍ਹਾ ਸਥਿਤ ਕਰਨਾ, ਇੱਕ ਪਰਮਾਤਮਾ ਦੀ ਯਾਦ ਵਿੱਚ ਬੈਠ ਜਾਣਾ, ਧਿਆਉਣਾ। ਕਹਿੰਦੇ ਸਾਧੂ ਜਿਵੇਂ ਬੈਠਾ ਹੈ ਨਾ, ਪਰਮਾਤਮਾ ਨੂੰ ਧਿਆ ਰਿਹਾ ਹੈ, ਤੂੰ ਉਹਦੀ ਸੰਗਤ 'ਚ ਬਹਿ ਕੇ 8 ਪਹਿਰ ਧਿਆ, ਉਹਦੇ ਗੀਤ ਗਾਇਆ ਕਰ। ਹੁਣ ਮਹਾਰਾਜ ਕਹਿੰਦੇ ਨੇ, ਫਿਰ ਉਹ ਜੇ ਜਸ ਗਾਉਂਦਾ ਹੈ, ਪਰਮਾਤਮਾ ਦੇ ਗੀਤ ਗਾਉਂਦਾ ਹੈ, ਹਰ ਜਸ ਨਿਤ ਸੁਣ, ਤੂੰ ਵੀ ਉਹਦੇ ਕੋਲ ਬਹਿ ਕੇ ਹਰੀ ਦੇ ਜਸ ਨੂੰ ਸੁਣਿਆ ਕਰ। ਜੀ ਜੰਤ ਸਭ ਜਿਨ ਕੀਏ 8 ਪਹਿਰ ਤਿਸ ਜਾਪ। ਜਿਸ ਅਕਾਲ ਪੁਰਖ ਨੇ ਜੀਵ ਜੰਤ ਪੈਦਾ ਕੀਤੇ ਨੇ, 8 ਪਹਿਰ ਉਸ ਨੂੰ ਜਪਿਆ ਕਰ। ਕਹਿੰਦੇ ਇਕਸ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ, ਕਿਉਂਕਿ ਉਹਦੇ ਨਾਮ ਵਿੱਚ ਧਿਆਨ ਲਾ ਲਵੇਂ, ਆਪਣੇ ਮਨ ਨੂੰ ਉਹਦੇ ਚਰਨਾਂ ਵਿੱਚ ਜੋੜ ਲਵੇਂ, ਕੇਂਦਰਿਤ ਕਰ ਲਵੇਂ। ਸੋਗ ਤੇ ਸੰਤਾਪ ਇਹ ਤੇਰੇ ਜੀਵਨ ਵਿੱਚ ਨਹੀਂ ਰਹਿਣਗੇ। ਕੋਈ ਵਿਘਨ ਜੀਵਨ ਵਿੱਚ ਨਹੀਂ ਰਵੇਗਾ, ਤੈਨੂੰ ਕੋਈ ਚਿੰਤਾ ਨਹੀਂ ਰਵੇਗੀ। ਐਸਾ ਉਹਦੇ ਨਾਮ ਨੂੰ ਸੁਣਨ ਤੇ ਗਾਉਣ ਦਾ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਪ੍ਰਤਾਪ ਹੈ। ਸੋ ਐਸੀ ਪਾਕ ਬਾਣੀ, ਐਸੇ ਅਗੰਮੀ ਬੋਲ ਪਰਮਾਤਮਾ ਦੇ ਗੀਤ ਜਿਸਨੇ ਵੀ ਗਾਏ ਨੇ,
ਉਹ ਦੁਨੀਆ ਦੇ ਉੱਤੇ ਭਗਤ ਹੈ, ਸੰਤ ਹੈ, ਮਹਾਂਪੁਰਸ਼ ਅਖਵਾਇਆ ਹੈ। ਔਰ ਅੱਜ ਇੱਕ ਐਸੇ ਹੀ ਮਹਾਂਪੁਰਸ਼ ਭਗਤ ਨਾਮਦੇਵ ਜੀ ਮਹਾਰਾਜ ਦਾ ਆਗਾਜ਼ ਆਗਮਨ ਦਿਵਸ ਹੈ। ਅੱਜ 750ਵਾਂ ਜਨਮ ਦਿਹਾੜਾ ਹੈ ਬਾਬਾ ਨਾਮਦੇਵ ਜੀ ਦਾ, ਜਿਨ੍ਹਾਂ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਬਾਣੀ ਦੇ ਅੰਦਰ, ਬੀੜ ਦੇ ਅੰਦਰ ਦਰਜ ਨੇ। ਇਹ ਮਾਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਵਿਖੇ ਇੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਬੈਠ ਕਰਕੇ ਭਗਤਾਂ ਮਹਾਂਪੁਰਸ਼ਾਂ ਦੇ ਪਾਕ ਬੋਲਾਂ ਨੂੰ ਬਖਸ਼ਿਆ, ਆਪਣੀ ਗੋਦ ਵਿੱਚ ਨਿਰੰਕਾਰ ਦੀ ਅਗੰਮੀ ਬਾਣੀ ਦੇ ਵਿੱਚ ਜਗ੍ਹਾ ਦਿੱਤੀ ਹੈ। ਉਸ ਮਹਾਂਪੁਰਸ਼ ਦਾ ਜਿਹੜਾ ਆਗਾਜ਼ ਹੈ 1270 ਈਸਵੀ ਦੇ ਵਿੱਚ ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਹੁੰਦਾ ਹੈ। ਪਿਤਾ ਦਾ ਨਾਮ ਦਾਮ ਸ਼ੇਟ ਹੈ, ਮਾਤਾ ਦਾ ਨਾਮ ਗੋਨਾ ਬਾਈ ਹੈ। ਔਰ ਉਹ ਪਾਕ ਧਰਤੀ, ਉਹ ਪਾਕ ਜਗ੍ਹਾ, ਉਹ ਜਿਹੜਾ ਸਥਾਨ ਹੈ ਨਾ, ਉਹਨੂੰ ਨਰਸੀ ਵਾਮਨੀ ਕਰਕੇ ਕਹਿੰਦੇ ਨੇ, ਕਰਹਾੜ ਵੀ ਕਿਹਾ ਜਾਂਦਾ ਹੈ, ਜਿੱਥੇ ਉਸ ਮਹਾਂਪੁਰਸ਼ ਦਾ ਆਗਾਜ਼ ਹੋਇਆ। ਕ੍ਰਿਸ਼ਨਾ ਨਦੀ ਦੇ ਕਿਨਾਰੇ ਜ਼ਿਲ੍ਹਾ ਸ਼ੋਲਾਪੁਰ ਸੀ। ਉਸ ਮਹਾਂਪੁਰਸ਼ ਦਾ ਦੁਨੀਆ ਦੇ ਉੱਤੇ ਆਗਾਜ਼ ਹੁੰਦਾ ਹੈ। ਮਾਪੇ ਪਰਮਾਤਮਾ ਨੂੰ ਧਿਆਉਣ ਵਾਲੇ ਸਨ। ਹੁਣ ਬੰਦਗੀ ਵਾਲੀ ਕੁੱਖ ਹੋਵੇ ਤੇ ਸਾਧੂ ਸਤਪੁਰਸ਼ ਦੁਨੀਆ ਦੇ ਉੱਤੇ ਆਉਂਦੇ ਨੇ, ਭਗਤ ਦੁਨੀਆ ਦੇ ਉੱਤੇ ਆਉਂਦੇ ਨੇ। ਭਗਤਾਂ ਦੀ ਬੜੀ ਸੁੰਦਰ ਡੈਫੀਨੇਸ਼ਨ ਬਾਣੀ ਵਿੱਚ ਆਉਂਦੀ ਹੈ, ਭਗਤਾਂ ਕੀ ਚਾਲ ਨਿਰਾਲੀ। ਹੁਣ ਚਾਲ ਦਾ ਮਤਲਬ ਇਹ ਨਹੀਂ ਹੈ ਵੀ ਤੂੰ ਠੀਕ ਠਾਕ ਤੁਰਦਾ ਹੈ ਤੇ ਸਾਧ ਲੰਗ ਮਾਰ ਕੇ ਤੁਰਦੇ ਨੇ, ਵੀ ਲੱਤ ਵਿੱਚ ਵਿੰਗ ਪਿਆ ਹੈ ਉਹਨਾਂ ਦੇ, ਨਹੀਂ। ਚਾਲ ਵੱਖਰੀ, ਚਾਲ ਨਿਰਾਲੀ। ਇਹਦਾ ਭਾਵ ਇਹ ਹੈ ਵੀ ਦੁਨਿਆਵੀ ਲੋਕਾਂ ਨਾਲੋਂ ਜਿਹੜੀ ਉਹਨਾਂ ਦੀ ਤੋਰ ਹੈ ਨਾ, ਭਾਵ ਜੀਵਨ ਬਤੀਤ ਕਰਨ ਦੀ ਜਿਹੜੀ ਜਾਚ ਹੈ, ਜਿਸ ਪ੍ਰਕਾਰ ਦੇ ਨਾਲ ਉਹ ਜੀਵਨ ਬਤੀਤ ਕਰਦੇ ਨੇ, ਜਿਸ ਪ੍ਰਕਾਰ ਦੇ ਨਾਲ ਉਹ ਜੀਵਨ ਗੁਜ਼ਾਰਦੇ ਨੇ, ਜਿਸ ਪ੍ਰਕਾਰ ਦੀ ਉਹਨਾਂ ਨੇ ਰੀਤੀ ਅਖਤਿਆਰ ਕੀਤੀ ਹੋਈ ਹੈ, ਉਹ ਸਾਡੇ ਵਰਗੇ ਦੁਨਿਆਵੀ ਲੋਕਾਂ ਨਾਲੋਂ ਵੱਖਰੀ ਹੈ। ਉਹਨਾਂ ਦਾ ਜੀਵਨ ਸਾਡੇ ਵਰਗਾ ਨਹੀਂ ਹੈ। ਹੁਣ ਮਹਾਰਾਜ ਅੱਗੇ ਉਦਾਹਰਣ ਦੇਣਗੇ ਵੀ ਆਮ ਨਾਲੋਂ ਵੱਖਰੀ ਚਾਲ ਕਿਉਂ ਹੈ। ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਕਹਿੰਦੇ ਉਹ ਲੋਭ ਨਹੀਂ ਕਰਦੇ। ਹੁਣ ਦੁਨੀਆ 99% ਦੀ ਲੋਭ ਵਿੱਚ ਗਰਸੀ ਹੋਈ ਹੈ। ਕਹਿੰਦੇ ਸੰਤੋ ਭਗਤੋ ਜਿਹਨੂੰ ਲੋਭ ਕੋਈ ਨਹੀਂ ਹੈ, ਜਿਹਨੂੰ ਲਾਲਚ ਕੋਈ ਨਹੀਂ ਹੈ, ਜਿਹਨੂੰ ਕਿਸੇ ਵਰਣ ਦਾ, ਜਾਤ ਪਾਤ ਦਾ, ਵਡਿਆਈ ਦਾ ਹੰਕਾਰ ਨਹੀਂ ਹੈ, ਨਾ ਤ੍ਰਿਸ਼ਨਾ ਹੀ ਹੈ ਪਦਾਰਥਾਂ ਦੀ, ਉਹ ਸਮਕ ਤਪਦੇ ਨਹੀਂ। ਬਹੁਤ ਨਾ ਹੀ ਬੋਲਣਾ। ਦੁਨਿਆਵੀ ਬਚਨ ਬਲਾਸ ਘੱਟ ਕਰਨਗੇ, ਉਹਨਾਂ ਦੇ ਗਲੂਏ ਚੋਂ ਕੇਵਲ ਪਰਮਾਤਮਾ ਦੇ ਬੋਲ ਹੀ ਨਿਕਲਦੇ ਨੇ, ਕੇਵਲ ਪਰਮਾਤਮਾ ਦੀ ਉਹ ਕੀਰਤੀ ਹੀ ਗਾਉਂਦੇ ਨੇ। ਹੁਣ ਕਹਿੰਦੇ ਇਹ ਰਾਹ ਔਖਾ ਹੈ, ਕਠਨ ਹੈ। ਖੰਨਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ। ਕਹਿੰਦੇ ਇਸ ਰਸਤੇ ਤੇ ਚੱਲਣਾ ਖੰਡੇ ਦੀ ਨੋਕ ਤੇ ਚੱਲਣ ਵਾਂਗ ਹੈ। ਇੰਨਾ ਬਰੀਕ, ਜਿਵੇਂ ਇਹ ਕੇਸ ਬਰੀਕ ਹੁੰਦੇ ਨੇ, ਇੰਨਾ ਕਠਨ, ਇੰਨਾ ਮੁਸ਼ਕਿਲ ਹੈ। ਅੱਛਾ, ਹੁਣ ਜਿਹੜੀ ਵੱਟ ਬਰੀਕ ਹੋਵੇ ਨਾ, ਉਹਦੇ ਤੇ ਤਿਲਕਣ ਦਾ ਬੜਾ ਖਤਰਾ ਹੁੰਦਾ ਹੈ। ਜਦੋਂ ਖੇਤਾਂ 'ਚ ਜਾਂਦੇ ਹੋ, ਵੱਟ ਛੋਟੀ ਹੋਵੇ, ਤਿਲਕਣ ਦਾ ਬੜਾ ਖਤਰਾ ਹੈ। ਕਹਿੰਦੇ ਇਸ ਰਸਤੇ ਤੇ ਚੱਲਣਾ ਬੜਾ ਮੁਸ਼ਕਿਲ ਹੈ। ਇਹ ਵੱਟ ਬੜੀ ਬਰੀਕ ਹੈ, ਇੱਥੇ ਤਿਲਕਣਬਾਜ਼ੀ ਬੜੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰ ਪਤਾ ਨਹੀਂ ਕਦੋਂ ਕੋਈ ਤਿਲਕ ਜਾਵੇ। ਪੰਜਾਂ ਨੂੰ ਜਿੱਤਣਾ ਸੌਖਾ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ। ਕਹਿੰਦੇ ਨਾ ਐਸੋ ਕੌਣ ਬਲੀ ਰੇ, ਕਿਹੜਾ ਐਡਾ ਸੂਰਬੀਰ ਪੈਦਾ ਹੋ ਗਿਆ ਹੈ। ਪੁੱਛੋ ਜੀ ਕਿਹਨੂੰ ਸੂਰਬੀਰ ਕਹਿੰਦੇ ਹੋ?
ਮਹਾਰਾਜ ਕਹਿੰਦੇ ਐਸੋ ਕੌਣ ਬਲੀ ਰੇ। ਮਹਾਰਾਜ ਕਿਸ ਨੂੰ ਬਲੀ ਕਹਿੰਦੇ ਹੋ? ਇਹ ਕੁਐਸਚਨ ਮਾਰਕ ਹੈ ਨਾ, ਵੀ ਕਿਹੜਾ ਐਡਾ ਬਲਵਾਨ ਪੈਦਾ ਹੋ ਗਿਆ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ ਮਿਲ ਮਾਰੇ ਪੰਚ ਸੂਰਬੀਰ। ਐਸੋ ਕੌਣ ਬਲੀ ਰੇ, ਜਿਨੇ 5 ਸੂਰਬੀਰ ਮਾਰੇ ਹੋਣ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਖੁਰਾ ਖੋਜ ਮਿਟਾਇਆ ਹੋਵੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਤੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਦਵੇਗਾ ਕਲਯੁਗ ਵਿੱਚ, ਉਹੀ ਬਲਵਾਨ ਹੈ, ਉਹੀ ਸੰਤ ਹੈ, ਉਹੀ ਭਗਤ ਹੈ। ਉਹਦੇ ਨਾਲੋਂ ਵੱਡਾ ਕੋਈ ਸੂਰਬੀਰ ਨਹੀਂ। ਜਾਂ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ, ਉਹ ਅਸਲ ਸੂਰਬੀਰ ਹੈ। ਪਰ ਕੌਣ ਮਾਰੇ ਪੰਜਾਂ ਨੂੰ? ਆਖਣ ਲੱਗੇ ਗੁਰ ਪ੍ਰਸਾਦੀ, ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਸਦਕਾ ਆਪਾ ਭਾਵ ਗਵਾ ਕੇ ਪ੍ਰਮਾਤਮਾ ਦੀ ਬਾਣੀ ਪ੍ਰਮਾਤਮਾ ਦੇ ਗੀਤ ਗਾਏ, ਉਹੀ ਪੰਜਾਂ ਵਿਕਾਰਾਂ ਨੂੰ ਇਸ ਪ੍ਰਮਾਤਮਾ ਦੇ ਗੀਤ ਨਾਲ ਬਾਣੀ ਨਾਲ ਗਿਆਨ ਖੜਗ ਨਾਲ ਕੱਟ ਸਕਿਆ ਹੈ। ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜੁਗਾਂ ਜੁਗਾਂ ਵਿੱਚ ਇਹ ਭਗਤਾਂ ਦੀ ਚਾਲ ਦੁਨਿਆਵੀ ਲੋਕਾਂ ਨੂੰ ਵੱਖਰੀ ਰਹੀ ਹੈ, ਕਰਨੀ ਵੱਖਰੀ ਰਹੀ ਹੈ। ਹੁਣ ਉਹ ਮਹਾਂਪੁਰਸ਼ ਬਚਪਨ ਦੇ ਵਿੱਚ ਮਾਤਾ ਪਿਤਾ ਨੇ ਵਿੱਦਿਆ ਪੜ੍ਹਾਈ। ਹੁਣ ਅਗਰ ਉਹਨਾਂ ਦੇ ਜੀਵਨ ਵਿੱਚ ਧਿਆਨ ਮਾਰੋ, ਉਹ ਆਪਣੇ ਆਗਾਜ਼ ਬਾਰੇ ਨਾ ਆਪ ਹੀ ਨਾਰਾਇਣ ਨੂੰ ਆਪਣੇ ਲਖਤੇ ਜਿਗਰ ਨੂੰ ਦੱਸਦੇ ਨੇ। ਸ਼ੁਕਲ ਏਕਾਦਸ਼ੀ, ਸ਼ੁਕਲ ਏਕਾਦਸ਼ੀ ਕਾਰਤਿਕੀ ਰਵੇਦਾਰ। ਕਾਰਤਿਕੀ ਰਵੇਦਾਰ ਪ੍ਰਮੋਦ ਸੰਦ ਸਤਰ ਸਾਲੇ ਵਾਹਨ ਸ਼ੇਕ। ਇਹ ਬਾਣੀ 'ਚ ਬੋਲ ਨਹੀਂ, ਪਰ ਉਹਨਾਂ ਦੇ ਪਾਕ ਅਲਫਾਜ਼ ਨੇ, ਕਿਉਂਕਿ ਉਹਨਾਂ ਦੀ ਬੇਅੰਤ ਬਾਣੀ ਹੈ। ਪਰ ਗੁਰਬਾਣੀ ਵਿੱਚ ਜਿਹੜੇ 61 ਸ਼ਬਦ ਨੇ ਉਹੀ ਪ੍ਰਵਾਨ ਹੋਏ ਨੇ ਗੁਰੂ ਅਰਜਨ ਸਾਹਿਬ ਦੀ ਕਸਵੱਟੀ ਤੇ। ਇੱਥੇ ਸਾਲੇਵਾਹਨ ਸੰਮਤ ਦੀ ਗੱਲ ਕੀਤੀ ਹੈ। ਇਹ ਇੱਕ ਰਾਜਾ ਸਾਲੇਵਾਹਨ ਹੋਇਆ ਹੈ ਭਾਰਤ ਦੇ ਵਿੱਚ, ਦੱਖਣ ਵਿੱਚ ਹੋਇਆ ਹੈ। ਇਹ ਰਾਜਾ ਵਿਕਰਮਾਦਿੱਤਿਆ ਨਾਲ ਵੈਰ ਰੱਖਦਾ ਸੀ। ਇਹਨੇ ਈਸਵੀ ਸਨ ਤੋਂ 78 ਸਾਲ ਬਾਅਦ ਆਪਣਾ ਸੰਮਤ ਸ਼ੁਰੂ ਕੀਤਾ ਸੀ। ਜਿਵੇਂ ਵਿਕਰਮਾਦਿੱਤਿਆ ਦਾ ਵਿਕਰਮੀ ਸੰਮਤ ਹੈ ਨਾ, ਇੱਦਾਂ ਹੀ ਇਹਨਾਂ ਦਾ ਸੰਮਤ ਸੀ। ਸੋ ਬਾਬਾ ਨਾਮਦੇਵ ਆਪਣੀ ਪਾਕ ਬਾਣੀ ਵਿੱਚ ਕਹਿੰਦੇ ਨੇ ਵੀ ਮੈਂ ਸਾਕਾ 1192 ਸਾਲੇਵਾਹਨ ਦੇ ਅਕੋਰਡਿੰਗ ਦੁਨੀਆ ਤੇ ਪੈਦਾ ਹੋਇਆ। ਮੇਰਾ ਦੁਨੀਆ ਤੇ ਆਗਾਜ਼ ਹੋਇਆ ਹੈ। ਸ਼ੁਕਲ ਏਕਾਦਸ਼ੀ, ਕੱਤਕ ਦਾ ਮਹੀਨਾ ਤੇ ਐਤਵਾਰ ਸੀ ਜਦੋਂ ਆਗਾਜ਼ ਹੋਇਆ। ਆਪਾਂ ਈਸਵੀ 'ਚ 1270 ਕਹਿਦੇ ਹਾਂ। ਖੈਰ, ਉਸ ਮਹਾਂਪੁਰਸ਼ ਦਾ ਆਗਾਜ਼ ਹੁੰਦਾ ਹੈ, ਵਿੱਦਿਆ ਲੈਂਦੇ ਨੇ। ਹੁਣ ਜਿਹੜੀ ਉਹ ਕਿਰਤ ਕਰਦੇ ਨੇ ਨਾ, ਉਹ ਕਿਰਤ ਕੁਝ ਐਸੀ ਹੈ। ਨਾਮਦੇਵ ਜੀ ਦਾ ਪਰਿਵਾਰ, ਇਹ ਜਿਹੜਾ ਇਹਨਾਂ ਦਾ ਪਿਤਾ ਹੈ, ਪਰਿਵਾਰ ਹੈ ਨਾ, ਇਹ ਕੱਪੜਿਆਂ ਤੇ ਫੁੱਲ ਬੂਟੇ ਪਾਉਂਦੇ ਨੇ, ਕੱਪੜੇ ਰੰਗਦੇ ਨੇ, ਸਿਉਂਦੇ ਨੇ, ਫਿਰ ਵਪਾਰ ਵੀ ਕਰਦੇ ਨੇ, ਵੇਚਦੇ ਨੇ। ਹੁਣ ਕੱਪੜੇ ਰੰਗਦੇ ਨੇ, ਫੁੱਲ ਬੂਟੀਆਂ ਪਾਉਂਦੇ ਨੇ, ਇਹਨਾਂ ਨੂੰ ਸ਼ੀਪਾ ਕਿਹਾ ਜਾਂਦਾ ਹੈ, ਜਿਵੇਂ ਆਪਾਂ ਸ਼ੀਂਬਾ ਲਫ਼ਜ਼ ਵਰਤ ਲੈਂਦੇ ਹਾਂ। ਹੁਣ ਵਰਣ ਵੰਡ ਅਨੁਸਾਰ ਸ਼ੀਂਬਾ ਇਹਨਾਂ ਨੂੰ ਕਹਿੰਦੇ ਨੇ। ਸੰਸਕ੍ਰਿਤ ਦਾ ਲਫ਼ਜ਼ ਹੈ ਸ਼ੀਪਾ। ਵਸਤਰਾਂ ਤੇ ਬੇਲ ਪਾਉਣ ਵਾਲੇ ਨੂੰ, ਬੂਟੀਆਂ ਪਾਉਣ ਵਾਲੇ ਨੂੰ ਕਿਹਾ ਜਾਂਦਾ ਹੈ। ਔਰ ਭਗਤ ਨਾਮਦੇਵ ਜੀ ਆਪ ਇਹ ਗੱਲ ਬਾਣੀ ਵਿੱਚ ਕਹਿੰਦੇ ਨੇ, ਨਾਮ ਦੇ ਪ੍ਰੀਤੋ ਲੱਗੀ ਹਰ ਛੇਤੀ, ਲੋਕ ਸ਼ੀਪਾ ਕਹਿ ਬੁਲਾਏ। ਲੋਕ ਮੈਨੂੰ ਸ਼ੀਪਾ ਕਹਿੰਦੇ ਨੇ, ਪਰ ਮੈਂ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਹਾਂ। ਹੁਣ ਕੱਪੜੇ ਰੰਗਣ ਦੀ ਲੋੜ ਨਹੀਂ ਰਹੀ। ਉਹ ਆਪ ਆਪਣੀ ਬਾਣੀ ਵਿੱਚ ਦੱਸਦੇ ਨੇ। ਖੈਰ, ਉਹਨਾਂ ਦਾ ਪਰਿਵਾਰ ਇੱਕ ਕਿਰਤ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਉਹਨਾਂ ਦੀ ਬੇਅੰਤ ਬਾਣੀ ਹੈ, ਤੇ ਉਸ ਬਾਣੀ ਵਿੱਚ ਬੀਠਲ ਲਫ਼ਜ਼ ਆਉਂਦਾ ਹੈ। ਇਹ ਜਿਹੜਾ ਇਹਨਾਂ ਦਾ ਇਸ਼ਟ ਦੇਵ ਸੀ ਨਾ, ਪਰਿਵਾਰ ਨੇ ਸ੍ਰੀ ਕ੍ਰਿਸ਼ਨ ਨੂੰ ਇਸ਼ਟ ਦੇਵ ਮੰਨਿਆ ਸੀ।
ਜਿਨ੍ਹਾਂ ਦਾ ਪੰਡਰਪੁਰ ਇੱਕ ਮੰਦਰ ਸੀ, ਉੱਥੇ ਇੱਕ ਮੂਰਤੀ ਸੀ। ਉਸ ਮੂਰਤੀ ਨੂੰ ਬੀਠਲ ਭਗਵਾਨ ਇਹ ਕਿਹਾ ਕਰਦੇ ਸਨ। ਕੇਸ਼ੋ ਰਾਜ ਦੀ, ਕ੍ਰਿਸ਼ਨ ਜੀ ਦੀ ਉੱਥੇ ਮੂਰਤੀ ਸੀ। ਦਾਮ ਸ਼ੇਟ ਭਗਤ ਨਾਮਦੇਵ ਜੀ ਦੇ ਪਿਤਾ ਜਲਦੀ ਜਲਦੀ ਆਪਣੇ ਨਗਰ ਤੋਂ ਇਸ਼ਟ ਦੇਵ ਦੇ ਮੰਦਰ ਦੇ ਦਿਦਾਰੇ ਕਰਨ ਨਰਸੀ ਵਾਮਨੀ ਤੋਂ ਚੱਲ ਕੇ ਪੰਡਰਪੁਰ ਜਾਂਦੇ ਸਨ ਤੇ ਵਪਾਰ ਕਰਕੇ ਵੀ ਜਾਣਾ ਪੈਂਦਾ ਸੀ। ਉਹਨਾਂ ਫਿਰ ਸੋਚਿਆ ਵੀ ਇਹ ਆਪਾਂ ਰਹਾਇਸ਼ ਹੀ ਜੇ ਪੰਡਰਪੁਰ ਲੈ ਜਾਈਏ, ਨਾਲੇ ਤੇ ਉੱਥੇ ਉਹ ਮੰਦਰ ਹੈ ਇਸ਼ਟ ਦੇਵ ਦਾ, ਤੇ ਨਾਲੇ ਵਪਾਰ ਵਿੱਚ ਵਾਧਾ ਹੋਵੇਗਾ। ਕੱਪੜੇ ਦਾ ਵਪਾਰ ਵਧਾਉਣ ਦੇ ਲਈ ਉੱਥੇ ਸ਼ਹਿਰ ਚਲੇ ਗਏ। ਵੇਖੋ, ਪ੍ਰਮਾਤਮਾ ਦਾ ਹੁਕਮ ਹੈ, ਜਿੱਥੇ ਦਾਣਾ ਪਾਣੀ ਹੈ ਜਾਣਾ ਪੈਂਦਾ ਹੈ। ਜਹ ਜਹ ਰੱਖੈ ਆਪ ਤਹ ਜਾਏ ਖਲੋਵਣਾ। ਇਹ ਪੰਡਰਪੁਰ ਚਲੇ ਗਏ। ਹੁਣ ਰੋਜ਼ ਨੈਵੇਦ ਭਾਵ ਥਾਲੀ ਦੇ ਵਿੱਚ ਸਮੱਗਰੀ ਆਦਿਕ ਰੱਖ ਕੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਮੰਦਰ ਜਾਂਦੇ ਨੇ, ਠਾਕੁਰ ਦੀ ਪੂਜਾ ਅਰਚਨਾ ਕਰਦੇ ਨੇ, ਦੁੱਧ ਲੈ ਕੇ ਜਾਂਦੇ ਨੇ ਕਟੋਰੀ ਦੇ ਵਿੱਚ ਪਾ ਕੇ। ਹੁਣ ਪੂਜਾ ਅਰਚਨਾ ਕਰਨ ਜਾਂਦੇ ਨੇ ਤੇ ਜਿਹੜਾ ਲਖਤੇ ਜਿਗਰ ਬਾਬਾ ਨਾਮਦੇਵ ਹੈ ਉਹ ਵੀ ਕਈ ਵਾਰ ਜਿੱਦ ਕਰਦੇ ਨੇ ਵੀ ਮੈਂ ਵੀ ਪੂਜਾ ਕਰਨੀ ਹੈ, ਤੇ ਦਾਮਸ਼ੇਠ ਜੀ ਕਹਿੰਦੇ ਨੇ ਤੁਹਾਡੀ ਹਜੇ ਉਮਰ ਨਿਆਣੀ ਹੈ। ਇੱਕ ਦਿਨ ਅਚਾਨਚੱਕ ਸਮਾਂ ਐਸਾ ਬਣ ਗਿਆ, ਘਰੋਂ ਬਾਹਰ ਕਿਤੇ ਵਪਾਰ ਲਈ ਜਾਣਾ ਸੀ, ਰਾਤ ਮੁੜਿਆ ਨਹੀਂ ਸੀ ਜਾਣਾ, ਤੇ ਬਾਬਾ ਨਾਮਦੇਵ ਜੀ ਨੂੰ ਕਹਿੰਦੇ ਵੀ ਸੁਬਾਹ ਤੁਸੀਂ ਠਾਕੁਰਾਂ ਨੂੰ ਮੰਦਰ ਵਿੱਚ ਜਾ ਕੇ ਭੋਗ ਲਵਾਉਣਾ ਹੈ। ਕੱਪਲ ਗਾਂ ਵੱਝੀ ਹੈ ਕਿੱਲੇ ਨਾਲ, ਇਹਨੂੰ ਚੋ ਕੇ ਦੁੱਧ ਗੜਵੀ ਵਿੱਚ ਪਾ ਲੈਣਾ ਹੈ ਤੇ ਇੱਕ ਥਾਲੀ ਦੇ ਵਿੱਚ ਸਾਰੀ ਸਮੱਗਰੀ ਧੂਫ ਆਦਿਕ ਫੁੱਲ ਆਦਿਕ ਰੱਖ ਲੈਣੀ ਹੈ। ਨੈਵੇਦ ਲਫ਼ਜ਼ ਵਰਤਿਆ ਜਾਂਦਾ ਹੈ ਬਾਣੀ ਵਿੱਚ, ਉਹਦਾ ਭਾਵ ਹੈ ਉਹ ਸਮੱਗਰੀ ਜਿਹੜੀ ਠਾਕਰਾਂ ਨੂੰ ਅਰਪਿਤ ਕੀਤੀ ਜਾਵੇ ਥਾਲੀ ਵਿੱਚ ਰੱਖ ਕੇ। ਸੋ ਸਾਰੀ ਗੱਲ ਸਮਝਾ ਦਿੱਤੀ ਤੇ ਭੋਲੇ ਭਾਲੇ ਭਗਤ ਬਾਲ ਬੁੱਧ ਭਗਤ ਨਾਮਦੇਵ ਜੀ ਕਹਿੰਦੇ ਪਿਤਾ ਜੀ ਮਨ ਲਾ ਕੇ ਦਿਲ ਲਾ ਕੇ ਸੇਵਾ ਕਰਾਂਗਾ, ਤੇ ਚਾਹੇ ਤੁਸੀਂ ਆ ਕੇ ਠਾਕੁਰ ਜੀ ਕੋਲੋਂ ਪੁੱਛ ਲਿਓ। ਤੇ ਦਾਮ ਸ਼ੇਟੀ ਜੀ ਇਸ ਬਚਨ ਦੇ ਉੱਤੇ ਖਿੜਖੜਾ ਕੇ ਹੱਸੇ ਵੀ ਕੈਸਾ ਭੋਲਾ ਮੇਰਾ ਲਾਲ ਹੈ, ਕਦੇ ਮੂਰਤਾਂ ਵੀ ਬੋਲ ਕੇ ਦੱਸਦੀਆਂ ਨੇ। ਖੈਰ ਸੁਬਾਹ ਹੋਈ, ਦਾਮ ਸ਼ੇਠ ਜੀ ਦੇ ਹੁਕਮ ਦੇ ਵਿੱਚ ਗਊ ਚੋ ਲਈ, ਦੁੱਧ ਲੈ ਕੇ ਕਟੋਰੀ ਵਿੱਚ ਪਾ ਲਿਆ, ਸਮੱਗਰੀ ਲੈ ਲਈ ਤੇ ਸਵੇਰੇ ਚੱਲ ਪਏ। ਮੰਦਰ ਪਹੁੰਚੇ ਨੇ। ਹੁਣ ਮੰਦਰ ਪਹੁੰਚ ਕੇ ਜਿਵੇਂ ਪਿਤਾ ਜੀ ਨੇ ਕਿਹਾ ਸੀ ਵੀ ਭੋਗ ਲਵਾਉਣਾ ਹੈ, ਹੁਣ ਅੱਖੀਂ ਵੇਖਿਆ ਹੁੰਦਾ ਤੇ ਇਹ ਗੱਲ ਸਮਝ ਲੈਂਦੇ ਵੀ ਜਦੋਂ ਪਿਤਾ ਜੀ ਭੋਗ ਲਵਾਉਣ ਆਉਂਦੇ ਸਨ, ਨੈਵੇਦ ਦੀ ਥਾਲੀ, ਸਮੱਗਰੀ ਦੀ, ਭੋਜਨ ਦੀ ਥਾਲੀ ਤੇ ਦੁੱਧ ਮੂਰਤ ਦੇ ਮੂੰਹ ਨੂੰ ਲਾ ਕੇ ਤੇ ਉੱਥੇ ਬ੍ਰਾਹਮਣ ਨੂੰ ਅਰਪਿਤ ਕਰਕੇ ਤੇ ਵਿੱਚੋਂ ਕੁਝ ਪ੍ਰਸ਼ਾਦ ਕਰ ਲੈ ਜਾਂਦੇ ਨੇ। ਹੁਣ ਵੇਖਿਆ ਨਹੀਂ ਸੀ, ਕਿਹਾ ਸੀ ਭੋਗ ਲਵਾਉਣਾ ਹੈ ਤੇ ਥਾਲੀ ਲੈ ਕੇ ਭਗਵਾਨ ਦੇ ਮੂੰਹ ਨੂੰ ਲਾਉਂਦੇ ਨੇ, ਮੁਖਾਰ ਬਿੰਦ ਨੂੰ, ਤੇ ਨਾਲ ਉਹ ਦੁੱਧ ਦੀ ਗੜਵੀ ਲਾਉਂਦੇ ਨੇ। ਕਹਿੰਦੇ ਜੀ ਭੋਗ ਲਾਓ, ਛਕੋ। ਗੁਰੂ ਗ੍ਰੰਥ ਸਾਹਿਬ ਦਾ ਇੱਕ ਫਰਮਾਨ ਹੈ, ਨਾ ਪਾਥਰ ਬੋਲੇ ਨਾ ਕਿਛ ਦੇ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਕਹਿੰਦੇ ਜੜ ਹੈ ਪੱਥਰ, ਇਹ ਕੁਝ ਨਹੀਂ ਦਵੇਗਾ, ਇਹ ਬੋਲੇਗਾ ਨਹੀਂ, ਇਹਦੀ ਸੇਵਾ ਕਰਕੇ ਕੀ ਕਰੇਗਾ। ਬ੍ਰਾਹਮਣਾਂ ਨੇ ਕਰਮ ਕਾਂਡ ਬਣਾਇਆ ਸੀ ਵੀ ਲੋਕ ਪੱਥਰ ਦੀ ਪੂਜਾ ਨੂੰ ਆਉਣਗੇ, ਇੱਥੇ ਹੀ ਸਭ ਕੁਝ ਅਰਪਿਤ ਕਰ ਜਾਣਗੇ ਤੇ ਸਾਡਾ ਜਿਹੜਾ ਹੈ ਤੋਰੀ ਫੁਲਕਾ ਚੱਲਦਾ ਰਹੇਗਾ। ਹੁਣ ਦੁਨਿਆਵੀ ਲੋਕਾਂ ਲਈ ਇਹ ਠੀਕ ਹੈ, ਪੱਥਰ ਨਹੀਂ ਬੋਲੇਗਾ, ਪੱਥਰ ਭੋਗ ਨਹੀਂ ਲਾਵੇਗਾ। ਹੁਣ ਇਸ ਭਗਤ ਨੂੰ, ਬਾਲਕ ਸੁਭਾਅ ਨੂੰ, ਪਰਮਾਤਮਾ ਦੇ ਪਿਆਰੇ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਭੋਲੇ ਭਾਵ ਵਿੱਚ ਬੇਨਤੀਆਂ ਕਰਦੇ ਨੇ। ਬਾਣੀ ਵਿੱਚ ਜਗ੍ਹਾ ਜਗ੍ਹਾ ਇਹ ਆਇਆ ਹੈ ਵੀ ਉਹ ਕਰਮ ਫੋਕਟ ਹੋ ਜਾਂਦਾ ਹੈ ਜਿਹਦੇ ਵਿੱਚ ਪ੍ਰੇਮ ਨਾ ਹੋਵੇ। ਸਭ ਫੋਕਟ ਨਿਸ਼ਚੋ ਕਰਮੰ, ਜਿਚ ਪ੍ਰੇਮ ਨਹੀਂ ਹੈ। ਫੋਕਟ ਧਰਮ ਨਾ ਕੌਡੀ ਕਾਮੰ, ਕਲਗੀਧਰ ਪਾਤਸ਼ਾਹ ਵੀ ਦਸਮ ਬਾਣੀ ਚ ਕਹਿੰਦੇ ਨੇ। ਖੈਰ ਇੱਥੇ ਫੋਕਟ ਕਰਮ ਨਹੀਂ ਸੀ, ਇਹ ਨਿਰਮਲ ਬਾਲਕ ਸੀ, ਪਾਕ ਬਾਲਕ ਸੀ, ਕੋਈ ਕਰਮਕਾਂਡੀ ਪੰਡਤ ਨਹੀਂ ਸੀ।
ਜਿੱਦ ਫੜ ਲਈ ਵੀ ਜੇ ਤੁਸੀਂ ਭੋਗ ਨਾ ਲਾਇਆ, ਦੁੱਧ ਨਾ ਛਕਿਆ, ਤੇ ਲੰਗਰ ਮੈਂ ਵੀ ਨਹੀਂ ਛਕਣਾ। ਤੇ ਜਦੋਂ ਪਿਤਾ ਘਰ ਆਏ, ਉਹਨਾਂ ਵੇਖ ਲਿਆ ਕਟੋਰੀ 'ਚ ਉਸੇ ਤਰ੍ਹਾਂ ਦੁੱਧ ਪਿਆ ਹੈ, ਥਾਲੀ ਵਿੱਚ ਭੋਜਨ ਪਿਆ ਏ, ਤੇ ਮੈਨੂੰ ਅਗਾਂਹ ਤੋਂ ਤੁਹਾਡੀ ਪੂਜਾ ਕਰਨ, ਭੋਗ ਲਵਾਉਣ ਵੀ ਉਹਨਾਂ ਨੇ ਨਹੀਂ ਭੇਜਣਾ। ਮੈਥੋਂ ਸੇਵਾ ਖੋਹ ਲੈਣਗੇ ਵੀ ਤੂੰ ਤੇ ਭੋਗ ਲਵਾ ਕੇ ਨਹੀਂ ਆਇਆ, ਸਭ ਕੁਝ ਵਾਪਸ ਲੈ ਆਇਆ ਹੈ। ਐਸੇ ਭੋਲੇ ਬਚਨ ਕੀਤੇ ਉਸ ਮਹਾਂਪੁਰਸ਼ ਨੇ। ਜਦੋਂ ਐਸੇ ਭੋਲੇ ਬਚਨ ਕੀਤੇ ਨਾ, ਇਹ ਆਪਣੀ ਆਟੋਬਾਇਓਗ੍ਰਾਫੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਲਿਖੀ ਹੈ, ਦੂਧ ਕਟੋਰੈ ਗੜਵੈ ਭਾਨੀ, ਕਪਲ ਗਾਏ ਨਾਮੇ ਦੋਹੇ ਆਨੀ। ਗੜਵੇ 'ਚ ਜਲ ਹੈ ਤੇ ਕਟੋਰੇ ਦੇ ਵਿੱਚ ਦੁੱਧ ਹੈ। ਕਪਲ ਗਾ ਨੂੰ ਚੋਲਿਆ, ਏ ਕੱਪ ਆਫ ਮਿਲਕ, ਐਨਾ ਕੱਪ ਆਫ ਵਾਟਰ ਲੈ ਲਿਆ। ਹੁਣ ਸੇਵਾ ਵਿੱਚ ਹਾਜ਼ਰ ਨੇ, ਬੇਨਤੀ ਕੀਤੀ ਮਹਾਰਾਜ ਭੋਗ ਲਾਓ, ਨਹੀਂ ਤੇ ਮੈਂ ਵੀ ਕੁਝ ਨਹੀਂ ਛਕਾਂਗਾ। ਮਹਾਰਾਜ ਨੇ ਸਾਫ਼ ਲਿਖਿਆ, ਦੂਧ ਪੀਓ ਗੋਬਿੰਦੇ ਰਾਏ, दूध पीओ मेरो मन पतियाए। दुध पीना पवेगा। कहते परमात्मा प्रगट होया, वो तो हर जरे विच है, भावें पत्थर ते जड़ है, वो तो हर जरे विच है, जिथों चाहे वो प्रगट हो सकता है। नाले गल कही है, ना ही तां घर को बाप रिसाए, मेरा बापू रुसेगा, मैनू मारेगा, झिड़कां देवेगा, सेवा खुस जावेगी। महाराज कहते सोइन कटोरी अमृत भरी, लै नामे हर आगे करी। ਉਹ ਜਿਹੜੀ ਕਟੋਰੀ ਦੁੱਧ ਦੀ ਭਰੀ ਅੱਗੇ ਕੀਤੀ ਸੀ, ਲੈ ਨਾਮੇ ਹਰ ਆਗੇ ਧਰੀ, ਅੱਗੇ ਕੀਤੀ ਤੇ ਪਰਮਾਤਮਾ ਪ੍ਰਸੰਨ ਹੋਇਆ। ਏਕ ਭਗਤ ਮੇਰੇ ਹਿਰਦੇ ਬਸੈ, ਨਾਮੇ ਦੇਖ ਨਾਰਾਇਣ ਹਸੈ। ਪਰਮਾਤਮਾ ਪ੍ਰਗਟ ਹੋ ਕੇ ਹੱਸਿਆ, दूध पियाए भगत कर गया, नामे हर का दर्शन भया। साफ बोल ने, दुध पिया के अकाल पुरख नू नामदेव जी घर गए ने। द डिवोटी रिटर्न टू हिज होम, घर मुड़ गए, परमात्मा दे दिदारे करके घर मुड़े ने। माता पिता बड़े हैरान होए। ऐसे चमत्कार महापुरुषां दे जीवन विच घटनावां पता क्यों हुंदियां ने, दुनिया नूं इह समझ लग सके भी आम नालों इह खास ने। इह ओह ने जिन्हां नूं कहा है आप मुक्त मुक्त करे संसार, नानक तिस जन को सदा नमस्कार। ऐसे महापुरुष ने। और भगत जी ने आप कहा, मैं कहंदे वाधू दीयां गल्लां नहीं करदा, जब देखा तब गावां। मैं गाउंदा ही उदों आ जदों उहनूं वेख लैंदा हां, मैं वेख के उसनूं गाउंदा हां। राग सोठ विच बाणी पढ़िओ कदे नामदेव जी दी। खैर मैं बचन कह के फतेह गजावां। मूर्ति तो चले, अकाल पुरख की प्राप्ति हो गई। गुर प्रसादी जानिया, जन नामा सहज समानिया। पूरा गुरु मिलिया, गुरु ने किरपा कर दी, हुक्म किया भी निर्गुण दे गीत गाने ने। समा आ गया, मूर्ति छुट गई। ते जदों मूर्ति छुट गई ना, अकाल पुरख विच अभेद हो गए। इस गल का ख्याल रखियो। फिर उन्हां दे पाक बोल गुरु ग्रंथ साहिब दे विच दीन दुनिया दे मालक गुरु ने, गुरु अर्जन साहिब ने दर्ज कीते ने। वो आप बाबा नामदेव ये गल कहिंदे ने, मैं परमात्मा विच अभेद होया, तर्क ना करियो मेरी किसे साखी ते। उन्हां आप कहा तर्क ना चा भ्रमियां चा, भ्रम विच ना पै। कहंदे तर्क ना कर, ये सब सच है। सुन साखी मन जप प्यार, इन्हां सतपुरुषां दियां साखियां सुन ते तेरा जीवन सफला होवे। कहंदे हुण मूर्ति दी गल नहीं रही। ईबै बीठल उबै बीठल, बीठल बिन संसार नहीं। थान थरंतर प्रणवै नामा, पूर रहियो तू सर्ब मही। कली मूर्त नहीं, तू हर जरे विच है। इउं मूर्त छड्ड के अकाल पुरख दे लड़। भगत नामदेव जी लगे, आप मुक्त सन, संगी भी उन्हां दे नजात हासिल कर गए। ऐसे महापुरुषां नूं कोटान कोट प्रणाम है। गुरु की गोद गुरु ग्रंथ साहिब विच ओ सुभाएमान ने। साडा सदा ही उन्हां दे चरनां विच सजदा है। इन्नी क हाज़री प्रवान करनी भुल चुकदी खिमा। सिंह साहिब ज्ञानी जगतार सिंह जी अते जितने भी गुरु घर दे वजीर ने, प्रबंधक जन ने, सेवादार ने, सबना दा धन्नवाद। संगत दा धन्नवाद। गुरु ग्रंथ साहिब पातशाह दा कोटान कोट धन्नवाद। आओ ये दो पंक्तियां पढ़ के फतेह बुलाउणा करिए जी।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।